ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ ਤੇ ਤੁਹਾਡੇ ਸਭ ਦਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ 11th ਕਲਾਸ ਦੇ ਯੂਨਿਟ 4 ਦੀ ਸਪੈਸ਼ਲਿਸਟ ਸਪੋਰਟ ਟੂ ਕਸਟਮਰਸ। ਇਹਦੇ ਵਿੱਚ ਗੱਲ ਕਰਾਂਗੇ ਅਸੀਂ ਸੈਸ਼ਨ 1 ਦੀ ਪ੍ਰੋਵਾਈਡਿੰਗ ਪ੍ਰੋਡਕਟ ਇਨਫੋਰਮੇਸ਼ਨ। ਸਭ ਤੋਂ ਪਹਿਲਾਂ ਸਾਨੂੰ ਜਾਣਨਾ ਪੈਣਾ ਹੈ ਪ੍ਰੋਡਕਟ ਦਾ ਮਤਲਬ ਕੀ ਹੁੰਦਾ ਤੇ ਇਹਦੇ ਫੀਚਰਸ ਕਿਹੜੇ-ਕਿਹੜੇ ਹੁੰਦੇ। A product is anything that can be offered to a market that might satisfy a want or need। ਪ੍ਰੋਡਕਟ ਇਸ ਤਰ੍ਹਾਂ ਦੀ ਵਸਤੂ ਹੁੰਦੀ ਹੈ ਜਿਹਦੇ ਨਾਲ ਕੋਈ ਵੀ ਕਸਟਮਰ ਆਪਣੀ ਜ਼ਰੂਰਤ ਨੂੰ ਪੂਰਾ ਕਰਦਾ ਹੈ, ਉਸ ਨੂੰ ਅਸੀਂ ਪ੍ਰੋਡਕਟ ਆਖ ਸਕਦੇ ਹਾਂ। ਇਨ ਰਿਟੇਲਿੰਗ ਪ੍ਰੋਡਕਟ ਆਰ ਕਾਲਡ ਮਰਚੈਂਡਾਈਜ਼ਿੰਗ। ਰਿਟੇਲ ਦੇ ਵਿੱਚ ਪ੍ਰੋਡਕਟ ਨੂੰ ਮਰਚੈਂਡਾਈਜ਼ ਆਖਿਆ ਜਾਂਦਾ ਹੈ। ਇਨ ਮੈਨੂਫੈਕਚਰਿੰਗ ਪ੍ਰੋਡਕਟ ਆਰ ਬੋਟ ਐਜ਼ ਏ ਰॉ ਮਟੀਰੀਅਲ ਐਂਡ ਸੋਲਡ ਐਜ਼ ਏ ਫਿਨਿਸ਼ਡ ਪ੍ਰੋਡਕਟ। ਮੈਨੂਫੈਕਚਰਿੰਗ ਦੇ ਵਿੱਚ ਜਦੋਂ ਅਸੀਂ ਫੈਕਟਰੀ ਦੀ ਗੱਲ ਕਰੀਏ, ਫੈਕਟਰੀ ਦੇ ਵਿੱਚ ਪ੍ਰੋਡਕਟ ਨੂੰ ਰॉ ਮਟੀਰੀਅਲ ਦੇ ਤੌਰ ਤੇ ਖਰੀਦਿਆ ਜਾਂਦਾ ਹੈ ਅਤੇ ਫਿਨਿਸ਼ਡ ਪ੍ਰੋਡਕਟ ਦੇ ਤੌਰ ਤੇ ਵੇਚਿਆ ਜਾਂਦਾ ਹੈ। ਇਹ ਸਰਵਿਸ ਇਜ਼ ਅਨਦਰ ਕਾਮਨ ਪ੍ਰੋਡਕਟ ਟਾਈਪ। ਸਰਵਿਸ ਵੀ ਇਹਦਾ ਹੀ ਇੱਕ ਰੂਪ ਹੈ, ਪ੍ਰੋਡਕਟ ਦਾ ਇੱਕ ਹੋਰ ਰੂਪ ਹੈ ਜਿਸ ਨੂੰ ਅਸੀਂ ਆਖਦੇ ਹਾਂ ਸਰਵਿਸ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰੋਡਕਟ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਪ੍ਰੋਡਕਟ ਦੋ ਤਰ੍ਹਾਂ ਦੇ ਹੁੰਦੇ ਹਨ, ਟੈਂਜੀਬਲ ਪ੍ਰੋਡਕਟ ਐਂਡ ਇਨਟੈਂਜੀਬਲ ਪ੍ਰੋਡਕਟ। ਟੈਂਜੀਬਲ ਪ੍ਰੋਡਕਟਸ ਉਹ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਛੂਹ ਸਕਦੇ ਹਾਂ, ਉਹਨਾਂ ਨੂੰ ਅਸੀਂ ਆਖਦੇ ਹਾਂ ਟੈਂਜੀਬਲ ਪ੍ਰੋਡਕਟਸ। ਜਿਵੇਂ ਮੋਬਾਈਲ, ਲੈਪਟਾਪ, ਹੈਡਫੋਨ, ਇਹ ਸਭ ਚੀਜ਼ਾਂ ਆ ਗਈਆਂ ਟੈਂਜੀਬਲ ਦੇ ਵਿੱਚ। ਇਨਟੈਂਜੀਬਲ ਦੇ ਵਿੱਚ ਉਹ ਵਸਤੂ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਛੂਹ ਨਹੀਂ ਸਕਦੇ, ਪਰ ਫਿਰ ਵੀ ਅਸੀਂ ਉਹਨਾਂ ਦੇ ਚਾਰਜਸ ਦਿੰਦੇ ਹਾਂ, ਉਹਨਾਂ ਨੂੰ ਅਸੀਂ ਯੂਜ਼ ਕਰਦੇ ਹਾਂ। ਟੈਲੀਕਾਮ ਸਰਵਿਸਿਜ਼ ਸਭ ਤੋਂ ਵੱਡੀ ਦੀ ਉਦਾਹਰਨ ਹੈ। ਹਰ ਇੱਕ ਬੰਦੇ ਦੇ ਕੋਲ ਮੋਬਾਈਲ ਹੈ। ਮੋਬਾਈਲ ਨੂੰ ਅਸੀਂ ਦੋ ਤਰੀਕਿਆਂ ਨਾਲ ਯੂਜ਼ ਕਰਦੇ ਹਾਂ। ਇੱਕ ਤਾਂ ਅਸੀਂ ਕੰਪਨੀ ਦਾ ਪਰਚੇਜ਼ ਕਰਦੇ ਹਾਂ, ਜਿਵੇਂ ਸੈਮਸੰਗ ਮੋਬਾਈਲ, ਉਹ ਹੋ ਗਿਆ ਸਾਡਾ ਟੈਂਜੀਬਲ ਪ੍ਰੋਡਕਟ। ਦੂਜੀ ਅਸੀਂ ਕੋਈ ਸਰਵਿਸ ਯੂਜ਼ ਕਰਦੇ ਹਾਂ, ਜਿਸ ਨੂੰ ਅਸੀਂ BSNL ਹੋ ਗਿਆ, ਜੀਓ ਹੋ ਗਿਆ, ਏਅਰਟੈਲ ਹੋ ਗਿਆ, ਆਈਡੀਆ ਹੋ ਗਿਆ, ਇਹ ਸਭ ਇਨਟੈਂਜੀਬਲ ਸਰਵਿਸਿਜ਼ ਦੇ ਵਿੱਚ ਆ ਗਿਆ। ਇਹਨਾਂ ਨੂੰ ਅਸੀਂ ਯੂਜ਼ ਤਾਂ ਕਰਦੇ ਹਾਂ, ਪੈਸੇ ਦਿੰਦੇ, ਪਰ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਛੋੜ ਨਹੀਂ ਸਕਦੇ ਇਹਨਾਂ ਨੂੰ। ਉਹ ਆ ਗਈਆਂ ਇਨਟੈਂਜੀਬਲ ਪ੍ਰੋਡਕਟਸ। ਇਸ ਤੋਂ ਬਾਅਦ ਆ ਗਿਆ ਸਾਡੇ ਕੋਲ ਨੀਡ ਫॉर ਪ੍ਰੋਡਕਟ ਇਨਫੋਰਮੇਸ਼ਨ। ਕੀ ਹੈ? The product must fulfill a need or solve a problem that a customer may be experience। ਪ੍ਰੋਡਕਟ ਇੱਕ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਜਿਹਦੇ ਨਾਲ ਕੋਈ ਵੀ ਪ੍ਰੋਬਲਮ ਆਉਂਦੀ ਹੈ ਕਸਟਮਰ ਨੂੰ, ਉਹ ਉਸ ਦੇ ਨਾਲ ਪੂਰੀ ਹੋ ਸਕਦੀ ਹੈ, ਉਸ ਨੂੰ ਉਸ ਪ੍ਰੋਬਲਮ ਤੋਂ ਫਾਇਦਾ ਮਿਲ ਸਕਦਾ ਹੈ ਅਤੇ ਉਹ ਉਸ ਤੋਂ ਬਾਹਰ ਆ ਸਕਦਾ ਹੈ। Product developer must make it a priority to present accurate product information customer। ਪ੍ਰੋਡਕਟ ਡਿਵੈਲਪਰ ਨੂੰ ਪ੍ਰਾਇਰਟੀ ਦੇ ਉੱਪਰ ਐਕੂਰੇਟ ਇਨਫੋਰਮੇਸ਼ਨ ਕਲੈਕਟ ਕਰਨੀ ਪੈਂਦੀ ਹੈ ਤੇ ਕਸਟਮਰ ਨੂੰ ਦੇਣੀ ਪੈਂਦੀ ਹੈ, ਜਿਹਦੇ ਨਾਲ ਕਿ ਕਸਟਮਰ ਦੀ ਆਪਣੀ ਪ੍ਰੋਬਲਮ ਸੋਲਵ ਹੁੰਦੀ ਹੈ ਜਾਂ ਉਹਦੀ ਨੀਡ ਜਾਂ ਉਹਦੀ ਵਾਂਟ ਪੂਰੀ ਹੁੰਦੀ ਹੈ। ਪ੍ਰੋਡਕਟ ਇਨਫੋਰਮੇਸ਼ਨ ਹੈਲਪਸ ਕਸਟਮਰ। ਪ੍ਰੋਡਕਟ ਦੀ ਇਨਫੋਰਮੇਸ਼ਨ ਕਸਟਮਰ ਨੂੰ ਕਿਸ ਤਰ੍ਹਾਂ ਸਹਾਇਤਾ ਕਰਦੀ ਹੈ? ਆਇਡੈਂਟੀਫਾਈ ਦਾ ਕਾਈਂਡ ਆਫ ਪ੍ਰੋਡਕਟ ਦੇ ਆਰ ਗੋਇੰਗ ਟੂ ਬਾਈ। ਪ੍ਰੋਡਕਟ ਦੀ ਕਾਈਂਡ ਨੂੰ, ਉਸਦੇ ਬਾਰੇ ਪਤਾ ਕਰੋ, ਉਹ ਕਿਸ ਤਰ੍ਹਾਂ ਦਾ ਵਸਤੂ ਪਰਚੇਜ਼ ਕਰਨ ਜਾ ਰਹੇ ਹਨ। ਆਇਡੈਂਟੀਫਾਈ ਇਫ ਦਾ ਪ੍ਰੋਡਕਟ ਮੀਟਸ ਦਾ ਕਸਟਮਰ ਨੀਡ ਔਰ ਇੰਟਰਸਟ। ਕਸਟਮਰ ਦੀ ਜ਼ਰੂਰਤ ਨੂੰ ਉਹ ਪੂਰਾ ਕਰ ਰਹੇ ਹਨ ਜਾਂ ਨਹੀਂ ਕਰ ਰਹੇ। ਅੰਡਰਸਟੈਂਡ ਦਾ ਸਾਈਜ਼, ਸ਼ੇਪ, ਕਲਰ, ਪ੍ਰਾਈਸ, ਸਟਾਈਲ, ਬ੍ਰਾਂਡ, ਅਵੇਲੇਬਿਲਿਟੀ ਐਕਸਟਰਾ ਆਫ ਦਾ ਪ੍ਰੈਕਟੀਕਲ ਪ੍ਰੋਡਕਟ। ਉਸ ਪ੍ਰੋਡਕਟ ਦੇ ਬਾਰੇ ਪਤਾ ਕਰੋ, ਉਸ ਦਾ ਸਾਈਜ਼ ਕੀ ਹੈ, ਉਸ ਦੀ ਸ਼ੇਪ ਕੀ ਹੈ, ਉਸ ਦਾ ਕਲਰ ਕੀ ਹੈ, ਉਸ ਦਾ ਪ੍ਰਾਈਸ ਕੀ ਹੈ। ਇਹ ਸਾਰੀ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ ਕਸਟਮਰ ਨੂੰ ਕੋਈ ਵੀ ਪ੍ਰੋਡਕਟ ਲੈਣ ਤੋਂ ਪਹਿਲਾਂ। ਅੰਡਰਸਟੈਂਡ ਹਾਊ ਟੂ ਯੂਜ਼ ਦਾ ਪ੍ਰੋਡਕਟ। ਪ੍ਰੋਡਕਟ ਨੂੰ ਯੂਜ਼ ਕਿਸ ਤਰ੍ਹਾਂ ਕਰਨਾ ਹੈ। Compare the product with other products regarding the quality, price, quantity, availability, substitute product they should prefer। ਕਸਟਮਰ ਨੂੰ ਇਸ ਦੇ ਬਾਰੇ ਪਤਾ ਹੋਣਾ ਚਾਹੀਦਾ ਇਸ ਪ੍ਰੋਡਕਟ ਦੇ ਹੋਰ ਕੰਪੀਟੀਸ਼ਨ ਦੇ ਵਿੱਚ ਕਿਹੜੇ-ਕਿਹੜੇ ਪ੍ਰੋਡਕਟ ਹਨ ਤੇ ਉਹਨਾਂ ਪ੍ਰੋਡਕਟ ਦਾ ਪ੍ਰਾਈਸ ਕੀ ਹੈ, ਕੁਆਲਿਟੀ ਕੀ ਹੈ, ਇਹ ਸਾਰੀ ਚੀਜ਼ਾਂ ਨੂੰ ਉਸ ਦੇ ਬਾਰੇ ਪਤਾ ਹੋਣਾ ਚਾਹੀਦਾ। ਅੰਡਰਸਟੈਂਡ ਦਾ ਪੈਕੇਜਿੰਗ, ਮੋਡਸ ਆਫ ਪੇਮੈਂਟ, ਮੋਡ ਆਫ ਡਿਲੀਵਰੀ ਐਂਡ ਐਨੀ ਅਦਰ ਸਪੈਸੀਫਿਕੇਸ਼ਨ ਆਫ ਪ੍ਰੋਡਕਟ। ਪ੍ਰੋਡਕਟ ਨੂੰ ਲੈਣ ਤੋਂ ਪਹਿਲਾਂ ਪ੍ਰੋਡਕਟ ਦੀ ਪੈਕੇਜਿੰਗ ਦੇ ਬਾਰੇ ਤੇ ਉਸ ਦੀ ਪੇਮੈਂਟ ਦੇ ਬਾਰੇ ਪਤਾ ਹੋਣਾ ਚਾਹੀਦਾ, ਇਸ ਦੀ ਪੇਮੈਂਟ ਕਿਸ ਤਰ੍ਹਾਂ ਕਰਨੀ ਹੈ ਤੇ ਸਾਡੇ ਤੱਕ ਵਸਤੂ ਕਿਸ ਤਰ੍ਹਾਂ ਪਹੁੰਚੇਗੀ। ਡਿਸਕ੍ਰਾਈਬ ਦਾ ਟਰਮਸ ਐਂਡ ਕੰਡੀਸ਼ਨ ਰਿਲੇਟਡ ਟੂ ਰਿਟਰਨਿੰਗ ਆਫ ਦਾ ਪ੍ਰੋਡਕਟ। ਹਰ ਇੱਕ ਕਸਟਮਰ ਨੂੰ ਪ੍ਰੋਡਕਟ ਦੇ ਬਾਰੇ ਪਤਾ ਹੋਣਾ ਚਾਹੀਦਾ, ਜੇ ਪ੍ਰੋਡਕਟ ਮੈਂ ਖਰੀਦਿਆ ਤਾਂ ਇਹਦੇ ਦੀ ਜਾਂ ਵਾਂਟ ਨੂੰ ਪੂਰਾ ਨਹੀਂ ਕਰਦੇ ਤਾਂ ਇਹਦੀ ਰਿਟਰਨ ਦੀ ਪਾਲਿਸੀ ਕੀ ਰਹੇਗੀ। ਅੰਡਰਸਟੈਂਡ ਐਨੀ ਅਦਰ ਇਨਫੋਰਮੇਸ਼ਨ ਰਿਲੇਟਡ ਟੂ ਪ੍ਰੋਡਕਟ। ਉਸ ਤੋਂ ਇਲਾਵਾ ਕੋਈ ਇਨਫੋਰਮੇਸ਼ਨ ਹੈ ਤਾਂ ਉਸ ਦੇ ਬਾਰੇ ਵੀ ਪਤਾ ਕਰੋ। ਨੈਕਸਟ ਹੈ ਸਾਡੇ ਕੋਲ ਵੇਜ਼ ਟੂ ਪ੍ਰੋਵਾਈਡਿੰਗ ਪ੍ਰੋਡਕਟ ਇਨਫੋਰਮੇਸ਼ਨ। ਕਿਹੜੇ-ਕਿਹੜੇ ਤਰੀਕੇ ਨਾਲ ਪ੍ਰੋਡਕਟ ਦੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾ ਸਕਦੀ ਹੈ। 1-to-1, ਜਿਸ ਨੂੰ ਅਸੀਂ ਫੇਸ ਟੂ ਫੇਸ ਵੀ ਆਖ ਸਕਦੇ ਹਾਂ। ਫੇਸ ਟੂ ਫੇਸ ਕਿਸੇ ਵਸਤੂ ਦੀ ਨੌਲੇਜ ਲੈਣੀ। ਪ੍ਰੋਡਕਟ ਵੀਡੀਓਜ਼, ਪ੍ਰੋਡਕਟ ਦੇ ਵੀਡੀਓ ਜਿਸ ਦੇ ਵਿੱਚ ਡਿਸਪਲੇ ਹੁੰਦਾ ਪ੍ਰੋਡਕਟ ਤੇ ਉਹਦੇ ਫੀਚਰ ਤੇ ਉਹਦੀ ਅਪੀਅਰੈਂਸ ਦੇ ਬਾਰੇ ਪਤਾ ਕਰਨਾ। ਪ੍ਰੋਡਕਟ ਦੇ ਵੈਬ ਪੇਜ, ਕੰਪਨੀ ਦੇ ਅੱਜਕੱਲ੍ਹ ਵੈਬ ਪੇਜ ਬਹੁਤ ਜ਼ਿਆਦਾ ਹਨ ਜਿਹਦੇ ਨਾਲ ਸਾਨੂੰ ਪਤਾ ਚੱਲਦਾ ਹੈ ਪ੍ਰੋਡਕਟ ਕਿਸ ਤਰ੍ਹਾਂ ਦਾ, ਇਹਦੇ ਬੈਨੀਫਿਟ ਕੀ ਹਨ ਅਤੇ ਇਸ ਨੂੰ ਯੂਜ਼ ਕਿਸ ਤਰ੍ਹਾਂ ਕਰਨਾ। ਆਡੀਓ ਟੇਪ, CDs ਐਂਡ ਪੋਡਕਾਸਟ, ਨਿਊਜ਼ਲੈਟਰ, ਈਮੇਲ, ਬੈਨਰ ਐਂਡ ਪੋਸਟਰ, ਪੈਂਫਲੇਟ, ਲੀਫਲੈਟਸ ਐਂਡ ਬ੍ਰੋਸ਼ਰ, ਇਹ ਸਭ ਦੇ ਰਾਹੀਂ ਅਸੀਂ ਪ੍ਰੋਡਕਟ ਦੀ ਇਨਫੋਰਮੇਸ਼ਨ ਲੈ ਸਕਦੇ ਹਾਂ। ਇਸ ਦੇ ਨਾਲ ਹੀ ਸਾਡਾ ਸੈਸ਼ਨ 1 ਖਤਮ ਹੁੰਦਾ ਹੈ। ਥੈਂਕ ਯੂ। ਸੈਸ਼ਨ 2
ਟੈਕਨੀਕਸ ਟੂ ਇਨਕਰੇਜ ਕਸਟਮਰ ਟੂ ਬਾਏ ਪ੍ਰੋਡਕਟ। ਇਸ ਦੇ ਬਾਰੇ ਜਾਣਦੇ ਹਾਂ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਸਟਮਰ ਮੋਟੀਵੇਸ਼ਨ ਕੀ ਹੁੰਦੀ ਹੈ। ਕਸਟਮਰ ਮੋਟੀਵੇਸ਼ਨ ਇਜ਼ ਐਨ ਇੰਟਰਨਲ ਸਟੇਟ that drives people to identify and buy products or services that fulfill their conscious and unconscious needs or desires। ਕਸਟਮਰ ਮੋਟੀਵੇਸ਼ਨ ਇੱਕ ਇੰਟਰਨਲ ਫੀਲਿੰਗ ਹੁੰਦੀ ਹੈ ਜਿਸ ਦੇ ਵਿੱਚ ਇੱਕ ਕਸਟਮਰ ਨੂੰ ਪਤਾ ਹੁੰਦਾ ਹੈ, ਲੋਕਾਂ ਨੂੰ ਪਤਾ ਹੁੰਦਾ ਹੈ ਕਿ ਮੈਂ ਕਿਹੜਾ ਪ੍ਰੋਡਕਟ ਪਰਚੇਜ਼ ਕਰਨਾ ਤੇ ਮੇਰੀ ਜ਼ਰੂਰਤ ਕੀ ਹੈ, ਉਸ ਦੇ ਲਈ ਮੈਨੂੰ ਕਿਹੜੇ ਕਿਹੜੇ ਪ੍ਰੋਡਕਟ ਦੀ ਜ਼ਰੂਰਤ ਹੁੰਦੀ ਹੈ। ਇਹ ਜੋ ਨੀਡ ਹੈ ਉਹਨਾਂ ਦੀ ਕੌਨਸ਼ੀਅਸ ਨੀਡ ਵੀ ਹੋ ਸਕਦੀ ਹੈ ਤੇ ਅਨਕੌਨਸ਼ੀਅਸ ਨੀਡ ਵੀ ਹੋ ਸਕਦੀ ਹੈ। ਕਸਟਮਰ ਮੋਟੀਵੇਸ਼ਨ ਇਜ਼ ਡਰਾਈਵਨ ਬਾय ਅ ਕਸਟਮਰ ਥॉट, ਫੀਲਿੰਗ ਐਂਡ ਬਲੀਫ। ਜੋ ਕਸਟਮਰ ਦੀ ਮੋਟੀਵੇਸ਼ਨ ਹੈ ਉਹ ਕਿਹਦੇ ਰਾਹੀਂ ਆਉਂਦੀ ਹੈ? ਉਹਦੇ ਦਿਮਾਗ ਦੇ ਰਾਹੀਂ, ਥॉट ਦੇ ਰਾਹੀਂ, ਉਹਦੀ ਫੀਲਿੰਗ ਦੇ ਰਾਹੀਂ, ਉਹਦੇ ਬਲੀਫ ਦੇ ਰਾਹੀਂ। ਇਫ ਇਹ ਪ੍ਰੋਡਕਟ ਫੁਲਫਿਲ ਕਸਟਮਰ ਨੀਡ, ਜੇ ਉਹ ਪ੍ਰੋਡਕਟ ਕਸਟਮਰ ਦੀ ਜ਼ਰੂਰਤ ਨੂੰ ਪੂਰਾ ਕਰ ਦਿੰਦੀ ਹੈ, ਇਟ ਵਿਲ ਮੋਟੀਵੇਟ ਦਾ ਕਸਟਮਰ ਫॉर ਰਿਪੀਟ ਪਰਚੇਜ਼। ਇਹ ਕਸਟਮਰ ਨੂੰ ਮੋਟੀਵੇਟ ਕਰੇਗਾ ਕਿ ਉਹ ਉਸ ਪ੍ਰੋਡਕਟ ਨੂੰ ਦੁਬਾਰਾ ਪਰਚੇਜ਼ ਕਰੇ। ਇਸ ਤੋਂ ਬਾਅਦ ਅਸੀਂ ਜਾਣਦੇ ਹਾਂ ਵੇਜ਼ ਕਿਹੜੀਆਂ ਵੇਜ਼ ਟੂ ਇੰਪਰੂਵ और मोटिवेट कस्टमर टू बाय। सब तो पहले है प्रमोट पॉजिटिविटी। पॉजिटिविटी इज ए पावरफुल वेपन टू मोटिवेट द कस्टमर। कभी भी नैगेटिव गल नहीं करनी। जे ਅਸੀਂ ਕਸਟਮਰ ਨੂੰ ਕਹਿ ਦਵਾਂਗੇ ਸਾਡੇ ਕੋਲ ਇਹ ਪ੍ਰੋਡਕਟ ਅਵੇਲੇਬਲ ਨਹੀਂ ਹੈ ਤੇ ਫਿਊਚਰ ਦੇ ਵਿੱਚ ਸਾਡੇ ਕੋਲ ਪ੍ਰੋਡਕਟ ਨਹੀਂ ਆਏਗਾ ਤਾਂ ਇਹ ਨੈਗੇਟਿਵਿਟੀ ਹੋਏਗੀ। ਸਰ ਸਾਡੇ ਕੋਲ ਪ੍ਰੋਡਕਟ ਖਤਮ ਹੋ ਗਿਆ, ਜਦੋਂ ਹੀ ਆਉਂਦਾ ਅਸੀਂ ਤੁਹਾਨੂੰ ਪ੍ਰੋਡਕਟ ਪ੍ਰੋਵਾਈਡ ਕਰ ਦਵਾਂਗੇ। ਇਹ ਪੋਜ਼ਿਟਿਵਿਟੀ ਦੇ ਵਿੱਚ ਗੱਲ ਸੇਮ ਆ ਬਟ ਦੋਨਾਂ ਕਹਿਣ ਦਾ ਤਰੀਕਾ ਹੈ ਤੇ ਉਹਨੂੰ ਅਸੀਂ ਪ੍ਰਮੋਟ ਕੀ ਕਰਨਾ, ਪੋਜ਼ਿਟਿਵਿਟੀ ਪ੍ਰਮੋਟ ਕਰਨੀ। ਕਿਤੇ ਵੀ ਅਸੀਂ ਨਏ ਸ਼ਬਦ ਯੂਜ਼ ਨਹੀਂ ਕਰਨਾ। Inform the customer, customer ਨੂੰ inform ਕਰੋ। When you are attempting to influence or customer thinking, it is important that sales associate focus on the benefits of the product or service that what it can do for them। ਜਦੋਂ ਕਸਟਮਰ ਕੋਈ ਪ੍ਰੋਡਕਟ ਪਰਚੇਜ਼ ਕਰਨਾ ਹੁੰਦਾ ਹੈ ਤਾਂ ਉਹਦੀ ਥਿੰਕਿੰਗ ਦੇ ਵਿੱਚ ਕੀ ਹੁੰਦਾ ਹੈ, ਪ੍ਰੋਡਕਟ ਉਹਨਾਂ ਲਈ ਬੈਨੀਫੀਸ਼ੀਅਲ ਹੈ ਜਾਂ ਨਹੀਂ ਬੈਨੀਫੀਸ਼ੀਅਲ। ਤਾਂ ਸੇਲਸ ਐਸੋਸੀਏਟ ਦਾ ਕੰਮ ਕੀ ਹੁੰਦਾ ਹੈ, ਆਪਣੇ ਪ੍ਰੋਡਕਟ ਦੇ ਬੈਨੀਫਿਟ ਦੇ ਬਾਰੇ ਦੱਸਣਾ। ਇਸਦੇ ਕਿਹੜੇ ਕਿਹੜੇ ਬੈਨੀਫਿਟ ਹਨ ਤੇ ਉਹ ਕਸਟਮਰ ਜਾਂ ਸਰਵਿਸ ਤੇ ਉਹ ਪ੍ਰੋਡਕਟ ਜਾਂ ਸਰਵਿਸ ਉਸ ਕਸਟਮਰ ਦੀ ਕਿਹੜੀ ਜ਼ਰੂਰਤ ਨੂੰ ਪੂਰਾ ਕਰ ਸਕਦੀ ਹੈ ਤੇ ਕਿਸ ਤਰ੍ਹਾਂ ਕਰ ਸਕਦੀ ਹੈ ਤੇ ਉਹਨੂੰ ਉਹਨਾਂ ਨਾਲ ਕਿੰਨਾ ਬੈਨੀਫਿਟ ਹੋ ਸਕਦਾ ਹੈ। ਨੈਕਸਟ ਆ ਗਿਆ ਆਫਰ ਟੈਸਟਰ। Tester enable uncertain customer to try out your product or service before having to commit, giving you the opportunity to build their relationship and convert the person। Offer tester ਦੇ ਵਿੱਚ ਕੀ ਹੁੰਦਾ ਹੈ, ਅਸੀਂ ਕਸਟਮਰ ਨੂੰ ਕਹਿੰਦੇ ਆ ਤੁਸੀਂ ਇੰਨੇ ਦਿਨ ਲਈ ਸਾਡੇ ਕੋਲ ਪ੍ਰੋਡਕਟ ਲੈ ਜਾਓ, ਟੈਸਟ ਕਰਕੇ ਦੇਖੋ, ਜੇ ਤੁਹਾਨੂੰ ਪ੍ਰੋਡਕਟ ਵਧੀਆ ਲੱਗਿਆ ਤਾਂ ਸਾਡੇ ਕੋਲ ਆ ਕੇ ਪਰਚੇਜ਼ ਕਰ ਲਈਓ। ਉਹਦੇ ਲਈ ਅਸੀਂ ਉਹਨਾਂ ਨੂੰ ਕੋਈ ਟੈਸਟਰ ਪ੍ਰੋਡਕਟ ਦੇ ਦਿੰਦੇ ਆ, ਉਹ ਟੈਸਟਰ ਪ੍ਰੋਡਕਟ ਟੈਸਟ ਕਰਦੇ ਹਨ ਤੇ ਉਸ ਤੋਂ ਬਾਅਦ ਉਹ ਵਾਪਿਸ ਆ ਕੇ ਉਹ ਪ੍ਰੋਡਕਟ ਪਰਚੇਜ਼ ਕਰ ਜਾਂਦੇ ਹਨ। ਇਸ ਦੇ ਵਿੱਚ ਉਹਨਾਂ ਦੇ ਰਿਫਿਊਜ਼ਲ ਦੇ ਚਾਂਸਸ ਬਹੁਤ ਘੱਟ ਹੁੰਦੇ ਹਨ ਕਿ ਉਹ ਪ੍ਰੋਡਕਟ ਨਹੀਂ ਪਰਚੇਜ਼ ਕਰਨਗੇ। ਜੇ ਪ੍ਰੋਡਕਟ ਵਧੀਆ ਹੈ ਤਾਂ ਓਬਵੀਅਸਲੀ ਉਹ ਪਰਚੇਜ਼ ਕਰਨਗੇ। ਇਸ ਦੇ ਨਾਲ ਕਸਟਮਰ ਦਾ ਤੇ ਸ਼ੌਪਕੀਪਰ ਦਾ ਔਰ ਸਟੋਰ ਕੀਪਰ ਦਾ ਇੱਕ ਰਿਲੇਸ਼ਨ ਬਣ ਜਾਂਦਾ ਹੈ ਜਿਹਦੇ ਨਾਲ ਉਹ ਆਪਣੇ ਆਪ ਨੂੰ ਫਿਊਚਰ ਦੇ ਵਿੱਚ ਵੀ ਪ੍ਰੋਡਕਟ ਪ੍ਰਮੋਟ ਕਰ ਸਕਦੇ ਹਨ ਤੇ ਕਸਟਮਰ ਨੂੰ ਉਹ ਕਹਿ ਸਕਦੇ ਤੁਸੀਂ ਸਰ ਸਾਡੇ ਕੋਲ ਇਹ ਪ੍ਰੋਡਕਟ ਲੈ ਕੇ ਦੇਖੋ, ਇਹ ਤੁਹਾਡੇ ਲਈ ਵਧੀਆ ਰਹੇਗਾ। ਉਸ ਤੋਂ ਬਾਅਦ ਸਾਡੇ ਕੋਲ ਕਸਟਮਰ ਸਰਵਿਸ ਪਾਲਿਸੀ। एक कस्टमर सर्विस पॉलिसी इज ए रिटन डॉक्यूमेंट। कस्टमर सर्विस पॉलिसी एक लिखती रूप ਦੇ ਵਿੱਚ ਡਾਕੂਮੈਂਟ ਹੁੰਦਾ ਹੈ that employees follow when dealing with customer। ਤੇ ਇਹ ਸਟਾਫ ਜੋ ਹੈ ਕੰਪਨੀ ਦਾ, ਸਟੋਰ ਦਾ ਜਾਂ ਫਿਰ ਕਿਸੇ ਹੋਰ ਜਗ੍ਹਾ ਦਾ, ਇਹ ਉਦੋਂ ਫੋਲੋ ਕਰਦਾ ਹੈ ਜਦੋਂ ਉਹਨਾਂ ਨੇ ਕਸਟਮਰ ਨਾਲ ਡੀਲ ਕਰਨਾ ਹੁੰਦਾ ਹੈ ਅਤੇ ਇਹ ਉਹਨਾਂ ਕਸਟਮਰ ਦੇ ਨਾਲ ਡੀਲ ਕਰਨ ਲਈ ਹੁੰਦਾ ਹੈ ਜੋ ਪ੍ਰੋਡਕਟ ਨਾਲ ਸੈਟੀਸਫਾਈ ਨਹੀਂ ਹੁੰਦੇ, ਪ੍ਰੋਡਕਟ ਨਾਲ ਜਾਂ ਸਰਵਿਸ ਨਾਲ ਸੈਟੀਸਫਾਈ ਨਹੀਂ ਹੁੰਦੇ। It also lists how employees should behave so as to improve the overall experience for the customer। ਇਹਦੇ ਵਿੱਚ ਇਹ ਵੀ ਲਿਖਿਆ ਜਾਂਦਾ ਹੈ ਕਸਟਮਰ ਦਾ ਓਵਰਆਲ ਐਕਸਪੀਰੀਅੰਸ ਇੰਪਰੂਵ ਕਰਨ ਦੇ ਲਈ ਕਿਹੜੇ ਕਿਹੜੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਕਿਸ ਤਰ੍ਹਾਂ ਕੀਤੇ ਜਾਣੇ ਹਨ। ਇਸ ਤੋਂ ਬਾਅਦ ਹੈ ਸਾਡੇ ਕੋਲ while giving information to the customer, sales associate must do following things: be polite and friendly, respect customer differences like value, culture and belief। ਕਸਟਮਰ ਦੀ ਵੈਲਿਊਜ਼ ਦਾ, ਕਲਚਰ ਦਾ ਤੇ ਬਲੀਫ ਦਾ ਸਤਿਕਾਰ ਕਰੋ। Respect dignity of customer, listen carefully and respond, protect confidential information, acknowledge the customer by name, introduce himself or herself by name and role। customer ਦੀ dignity ਦਾ ਸਤਿਕਾਰ ਕਰੋ, listen carefully and respond, ਆਰਾਮ ਨਾਲ ਸੁਣੋ ਅਤੇ ਉਹਦਾ ਰਿਪਲਾਈ ਕਰੋ ਤੇ ਉਹਦੀ ਇਨਫੋਰਮੇਸ਼ਨ ਨੂੰ ਹਮੇਸ਼ਾ ਪ੍ਰੋਟੈਕਟ ਕਰੋ ਤੇ acknowledge ਕਰੋ ਕਸਟਮਰ ਦੇ ਨੇਮ ਦੇ ਨਾਲ। ਆਪਣੇ ਆਪ ਨੂੰ ਇੰਟਰੋਡਿਊਸ ਕਰਨ ਤੋਂ ਪਹਿਲਾਂ ਆਪਣਾ ਨਾਮ ਤੇ ਆਪਣਾ ਅਹੁਦਾ ਦੱਸੋ, ਸਾਡਾ ਅਹੁਦਾ ਕੀ ਹੈ ਤੇ ਅਸੀਂ ਕਿਸ ਅਹੁਦੇ ਤੇ ਕੰਮ ਕਰ ਰਹੇ ਹਾਂ ਤੇ ਸਾਡਾ ਨਾਮ ਕੀ ਹੈ। ਇਹ ਸਾਰੀਆਂ ਗੱਲਾਂ ਹਨ ਸੇਲਸ ਐਸੋਸੀਏਟ ਲਈ, ਉਹਨੇ ਕਸਟਮਰ ਨਾਲ ਡੀਲ ਕਰਨ ਦੇ ਲਈ ਇਹ ਚੀਜ਼ਾਂ ਨੂੰ ਫੋਲੋ ਕਰਨਾ ਹੈ। ਉਸ ਤੋਂ ਬਾਅਦ ਹੈ ਪਾਲਿਸੀਜ਼ ਫॉर ਕਸਟਮਰ ਕੰਪਲੇਂਟ। ਕਸਟਮਰ ਦੀ ਜਦੋਂ ਕੋਈ ਕੰਪਲੇਂਟ ਆਉਂਦੀ ਹੈ ਤਾਂ ਉਸ ਨੂੰ ਹੈਂਡਲ ਕਰਨ ਦੇ ਲਈ ਕਿਹੜੀਆਂ ਪਾਲਿਸੀ ਬਣਾਈਆਂ ਜਾਂਦੀਆਂ ਹਨ।
A complaint handling policy or a complaints policy lays down the process and measures on how to resolve, handle and manage customer related complaints on products and services offered by a business। एक ਕਸਟਮਰ ਦੀ ਜਦੋਂ ਕੰਪਲੇਂਟ ਆਉਂਦੀ ਹੈ ਤਾਂ ਉਹ ਕੰਪਲੇਂਟ ਇੱਕ ਤਰ੍ਹਾਂ ਦੀ ਨਹੀਂ ਕਈ ਤਰ੍ਹਾਂ ਦੀ ਹੋ ਸਕਦੀ ਹੈ। ਹੁਣ ਇੱਕ ਕਸਟਮਰ ਦੀ ਕੰਪਲੇਂਟ ਆਉਂਦੀ ਹੈ ਤਾਂ ਉਸ ਕੰਪਲੇਂਟ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਹੈ, ਉਸ ਨੂੰ ਹੈਂਡਲ ਕਿਸ ਤਰ੍ਹਾਂ ਕਰਨਾ ਹੈ ਤੇ ਉਸ ਨੂੰ ਮੈਨੇਜ ਕਿਸ ਤਰ੍ਹਾਂ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਦੋਂ ਇੱਕ ਪਾਲਿਸੀ ਬਣਾਈ ਜਾਂਦੀ ਹੈ ਤਾਂ ਉਸ ਨੂੰ ਆਖਦੇ ਹਨ ਕਸਟਮਰ ਕੰਪਲੇਂਟ ਪਾਲਿਸੀ। ਇਹਦੇ ਵਿੱਚ ਕਸਟਮਰ ਦੇ ਰਿਲੇਟਡ ਲਿਖਿਆ ਜਾਂਦਾ ਹੈ, ਕਸਟਮਰ ਦੀ ਇਸ ਤਰ੍ਹਾਂ ਦੀ ਕੰਪਲੇਂਟ ਆਏਗੀ ਤਾਂ ਉਹਦੇ ਲਈ ਐਕਸ਼ਨ ਕੀ ਹੋਏਗਾ, ਜੇ ਹੋਰ ਤਰ੍ਹਾਂ ਦੀ ਕੰਪਲੇਂਟ ਆਏਗੀ ਤਾਂ ਉਹਦੇ ਲਈ ਐਕਸ਼ਨ ਕੀ ਹੋਏਗਾ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਲਿਖੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਇਹਦੇ ਵਿੱਚ ਸਟੈਪਸ ਕਿਹੜੇ ਹਨ ਕਸਟਮਰ ਨੂੰ ਹੈਂਡਲ ਕਰਨ ਦੇ ਲਈ, ਕੰਪਲੇਂਟ ਨੂੰ ਹੈਂਡਲ ਕਰਨ ਦੇ ਲਈ। When a customer complains, the sales associate need to talk the matter seriously and ensure that detail being given by the customer are correct। ਸਭ ਤੋਂ ਪਹਿਲਾਂ ਕਸਟਮਰ ਦੇ ਨਾਲ ਕੰਪਲੇਂਟ ਲੈਣ ਤੋਂ ਪਹਿਲਾਂ ਕਸਟਮਰ ਦੇ ਮੈਟਰ ਨੂੰ ਸੀਰੀਅਸਲੀ ਲਓ ਤੇ ਇੰਸ਼ੋਰ ਕਰੋ ਜੋ ਕਸਟਮਰ ਦੀ ਕੰਪਲੇਂਟ ਹੈ ਉਹ ਸਹੀ ਹੈ ਜਾਂ ਉਹ ਗਲਤ ਹੈ। ਸੈਕੰਡ ਸਟੈਪ ਕੀ ਹੈ, The sales associate must take up the matter to the store manager in case of employees complaint। ਜੇ ਕੋਈ ਇੰਪਲੋਇਜ਼ ਦੀ ਕੰਪਲੇਂਟ ਹੈ ਤਾਂ ਉਸ ਮੈਟਰ ਦੇ ਵਿੱਚ ਸਟੋਰ ਮੈਨੇਜਰ ਨਾਲ ਗੱਲ ਕਰੋ। ਸੇਲਸ ਐਸੋਸੀਏਟ ਆਪਣੇ ਸਟੋਰ ਮੈਨੇਜਰ ਨਾਲ ਗੱਲ ਕਰ ਸਕਦਾ ਹੈ। ਦ ਕੰਪਲੇਂਟ ਮਸਟ ਬੀ ਡਾਕੂਮੈਂਟ ਇਨ ਆਲ ਰਿਸਪੈਕਟ। ਜੋ ਕੰਪਲੇਂਟ ਹੈ ਉਹ ਡਾਕੂਮੈਂਟੇਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ, ਲਿਖਤੀ ਰੂਪ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਹੋਣੀ ਚਾਹੀਦੀ ਹੈ, ਪਰ ਉਹ ਡਾਕੂਮੈਂਟੇਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ। ਸਟੈਪ 3, ਅਕੋਰਡਿੰਗ ਟੂ ਦ ਕੰਪਲੇਂਟ ਟਾਈਪ sufficient action must be taken by the sales associate or store manager। ਜੋ ਕੰਪਲੇਂਟ ਦੀ ਟਾਈਪ ਹੈ ਉਸ ਦੇ ਅਕੋਰਡਿੰਗ ਸੇਲਸ ਐਸੋਸੀਏਟ ਜਾਂ ਸਟੋਰ ਮੈਨੇਜਰ ਦੇ ਦੁਆਰਾ ਐਕਸ਼ਨ ਲੈਣਾ ਬਹੁਤ ਜ਼ਰੂਰੀ ਹੈ ਤੇ ਉਹ ਐਕਸ਼ਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਸਟਮਰ ਦੀ ਜੋ ਕੰਪਲੇਂਟ ਹੈ ਉਹ ਰਿਜ਼ੋਲਵ ਹੋ ਜਾਵੇ। ਇਫ ਦ ਕੰਪਲੇਂਟ not solved at the store level by the sales associate or store manager, ਜੇ ਕੰਪਲੇਂਟ ਸਟੋਰ ਮੈਨੇਜਰ ਜਾਂ ਸੇਲਸ ਐਸੋਸੀਏਟ ਦੁਆਰਾ ਸੋਲਵ ਨਹੀਂ ਹੁੰਦੀ, then retailer's head office must be informed and take a order from them to solve the customer problem। ਜੇ ਪ੍ਰੋਬਲਮ ਸੋਲਵ ਨਹੀਂ ਹੁੰਦੀ ਤਾਂ ਕਸਟਮਰ ਦੀ ਕੰਪਲੇਂਟ ਨੂੰ ਰਿਟੇਲਰ ਦੇ ਹੈਡ ਆਫਿਸ ਤੱਕ ਲੈ ਕੇ ਜਾਓ ਤੇ ਉਹਨਾਂ ਕੋਲ ਪਰਮਿਸ਼ਨ ਲਓ ਕਿ ਉਸ ਤਰ੍ਹਾਂ ਕੰਪਲੇਂਟ ਨੂੰ ਸੋਲਵ ਕਿਸ ਤਰ੍ਹਾਂ ਕਰ ਸਕਦੇ ਹਨ ਤੇ ਉਹਨਾਂ ਜੇ ਉਹਦੇ ਹੱਥ ਵਿੱਚ ਹੈ ਤਾਂ ਉਹ ਸੋਲਵ ਕਰਨ ਦੇ ਲਈ ਉਹਨਾਂ ਨੂੰ ਪਰਮਿਸ਼ਨ ਦੇਣ। ਇਸ ਤੋਂ ਬਾਅਦ ਸਾਡੇ ਕੋਲ ਸਟੈਪ 5, if the same type of complaint occurs on regular basis, ਜੇ same complaint regular basis ਤੇ occur ਹੁੰਦੀ ਹੈ ਆਉਂਦੀ ਹੈ, then prepare a action plan for the same। ਤਾਂ ਉਹਦੇ ਲਈ ਇੱਕ ਐਕਸ਼ਨ ਪਲਾਨ ਬਣਾਓ। ਇਹ ਕੰਪਲੇਂਟ ਕਿਸ ਤਰ੍ਹਾਂ ਆ ਸਕਦੀ ਹੈ, ਮੰਨ ਲਓ ਇੱਕ ਕਸਟਮਰ ਨੇ ਇੱਕ ਕੰਪਲੇਂਟ ਦਿੱਤੀ, ਦੂਜੇ ਨੇ ਵੀ ਸੇਮ ਦਿੱਤੀ, ਤੀਜੇ ਨੇ ਵੀ ਸੇਮ ਦਿੱਤੀ, ਚੌਥੇ ਨੇ ਵੀ ਸੇਮ ਦਿੱਤੀ, ਪੰਜਵੇਂ ਨੇ ਸੇਮ ਦਿੱਤੀ। ਇਹ ਜੋ ਸੇਮ ਤਰ੍ਹਾਂ ਦੀ ਕੰਪਲੇਂਟ ਆਉਂਦੀ ਹੈ ਤਾਂ ਉਹਦੇ ਲਈ ਸਾਡਾ ਐਕਸ਼ਨ ਪਲਾਨ ਕੀ ਹੋਏਗਾ ਉਹ ਪਹਿਲਾਂ ਸੋਚ ਕੇ ਸਾਨੂੰ ਰੱਖਣਾ ਚਾਹੀਦਾ ਹੈ। Step 6, lastly an evaluation should be undertaken at predetermined date to ensure the improvement has occurred। ਇੱਕ evaluation ਹੋਣੀ ਚਾਹੀਦੀ ਹੈ predetermined date ਤੇ ਸਾਡੀ ਜੋ ਪ੍ਰੋਬਲਮ ਹੈ ਉਹ occur ਹੋਈ ਸੀ ਤੇ ਉਹ ਸਾਡੀ ਸੋਲਵ ਹੋ ਚੁੱਕੀ ਹੈ। ਨੈਕਸਟ ਹੈ ਸਾਡੇ ਕੋਲ ਟੈਕਨੀਕਸ ਟੂ ਇਨਕਰੇਜ ਕਸਟਮਰ ਲਾਇਲਟੀ। ਇਹ ਕਿਹੜੀ ਸਭ ਤੋਂ ਪਹਿਲੀ ਹੈ ਕੀਪ ਕਸਟਮਰ ਇਨਫੋਰਮਡ। ਕਸਟਮਰ ਨੂੰ ਰੈਗੂਲਰ ਇਨਫੋਰਮ ਕਰਦੇ ਰਹੋ। Let the customer know about the business and how the product and service offering can help them। ਕਸਟਮਰ ਨੂੰ ਇਹ ਦੱਸਦੇ ਰਹੋ ਉਹਨਾਂ ਕੋਲ ਕਿਹੜੇ ਪ੍ਰੋਡਕਟ ਹਨ ਜਾਂ ਸਰਵਿਸਿਜ਼ ਹਨ ਜਿਹਦੇ ਨਾਲ ਕਸਟਮਰ ਨੂੰ ਹੈਲਪ ਹੋ ਸਕਦੀ ਹੈ ਉਹਨਾਂ ਦੀ ਨੀਡ ਨੂੰ ਪੂਰਾ ਕਰਨ ਦੇ ਲਈ। The retailer should produce a newsletter or greeting card series that can be mailed or emailed to the customer regularly। ਇੱਕ ਰਿਟੇਲਰ ਨਿਊਜ਼ਲੈਟਰ ਬਣਾ ਸਕਦਾ ਹੈ ਜਾਂ ਗ੍ਰੀਟਿੰਗ ਕਾਰਡ ਬਣਾ ਸਕਦਾ ਹੈ ਆਨਲਾਈਨ, ਜਿਹਦੇ ਨਾਲ ਉਹ ਉਹਨਾਂ ਨੂੰ ਈਮੇਲ ਕਰ ਸਕਦਾ ਹੈ ਜਾਂ ਮੇਲ ਕਰ ਸਕਦਾ ਹੈ ਬਾਈ ਪੋਸਟ, ਜਿਹਦੇ ਨਾਲ ਕਸਟਮਰ ਨੂੰ ਇਨਫੋਰਮ ਕੀਤਾ ਜਾ ਸਕੇ ਸਾਡੇ ਕੋਲ ਇਹ ਪ੍ਰੋਡਕਟ ਆ ਤੇ ਇਹਦੇ ਬਾਰੇ ਕਸਟਮਰ ਨੂੰ ਇਨਫੋਰਮ ਕੀਤਾ ਜਾ ਸਕਦਾ ਹੈ। ਐਂਡ ਇੰਸ਼ੋਰ ਦੈਟ ਦਾ ਵੈਬਸਾਈਟ ਕੰਟੇਨ ਪਲੈਂਟੀ ਆਫ ਇਨਫੋਰਮੇਸ਼ਨ ਔਨ ਕਸਟਮਰ ਕੇਅਰ ਸਰਵਿਸ। ਤੇ ਇੰਸ਼ੋਰ ਕਰੋ ਵੈਬਸਾਈਟ ਤੇ ਇਨਫੋਰਮੇਸ਼ਨ ਹੈ ਜੋ ਕਸਟਮਰ ਕੇਅਰ ਸਰਵਿਸ ਦੀ ਤੇ ਉਹਦੇ ਬਾਰੇ ਨੌਲੇਜ ਕਸਟਮਰ ਨੂੰ ਹੋਣੀ ਚਾਹੀਦੀ ਹੈ। ਨੈਕਸਟ ਹੈ ਸਾਡੇ ਸੈਂਡ ਹੈਂਡ ਰਿਟਨ ਨੋਟਸ। हैंड रिटन नोट्स लिखो। देयर इज ए लॉट ऑफ पावर इन हैंड रिटन पर्सनल नोट्स। हैंड रिटन जो नोट्स होंगे ना उसके बहुत ज़्यादा वैल्यू होती है उस चीज़ की। इट इज़ चीपेस्ट एंड मोस्ट इफेक्टिव लॉयल्टी बिल्डिंग एंड कस्टमर रिटेंशन टूल। कस्टमर रिटेंशन टूल का यह सब तो वधिया तरीका है। कस्टमर रिटेंशन की होंगी है, कस्टमर तुहाडे कोल छड्ड के नहीं गया किसी होर स्टोर ते जां किसी होर प्रोडक्ट दे वाल, ओह होंदी है कस्टमर रिटेंशन।
हैंड रिटन नोट्स लीव ए पॉजिटिव इंपैक्ट ऑन द कस्टमर। हैंड रिटन नोट्स जो होंगे हैं वो पॉजिटिव इंपैक्ट पाते हैं कस्टमर के माइंड से कि ये बंदे ने मैंने इस स्टोरी में लिखती रूप के भेजा है अपना इनविटेशन या कोई भी होर ऑफर भेजी है। नैक्सट है साडे कोल टॉक टू द कस्टमर नाल गल करो। द रिटेलर शुड गिव द कस्टमर ए कॉल टू इन्फॉर्म देम अबाउट ऑफर। कस्टमर नू रिटेलर इन्फॉर्म कर सकता है बाय कॉल, फोन कॉल्स और बाय मोबाइल। ही और शी शुड नो मेक टाइम टू चैट विद देम एंड ब्रीफली वो कस्टमर नाल गल करन दे लई अपना टाइम कढ सकता है ते कस्टमर नू अपने प्रोडक्ट दे बारे, अपनी नॉलेज दे बारे, सब तरह दे बारे जानकारी दे सकता है ते उन्हां दी जो नीड है ਉਹਦੇ बारे कन्फर्म कर सकता है कस्टमर दी नीड इस वक्त ਕਿਹੜੀ है ते उस नू किस तरह पूरा किया जा सकता है। रिमेंबर इंपोर्टेंट ओकेशंस। हमेशा कस्टमर दी जो ओकेशंस ਹੁੰਦੀਆਂ ਨੇ ਉਹਨਾਂ ਨੂੰ ਦਿਮਾਗ ਦੇ ਵਿੱਚ ਰੱਖੋ। ਵਿਸ਼ ਐਂਡ ਗ੍ਰੀਟ ਦਾ ਕਸਟਮਰ ਔਨ देयर बर्थडे। ਕਸਟਮਰ ਨੂੰ ਉਹਨਾਂ ਦੇ ਬਰਥਡੇ ਤੇ, ਐਨੀਵਰਸਰੀ ਤੇ ਜਾਂ ਕਿਸੇ ਹੋਰ ਇੰਪੋਰਟੈਂਟ ਦਿਨ ਤੇ ਉੱਪਰ ਉਹਨਾਂ ਨੂੰ ਵਿਸ਼ ਕਰਦੇ ਰਹੋ। ਇਸ ਤੋਂ ਬਾਅਦ ਸਾਡੇ ਕੋਲ रिमेंबर इंपॉर्टेंट ओकेशंस, विश एंड ग्रीट कस्टमर ऑन द बर्थडे, एनिवर्सरी एंड इंपॉर्टेंट डे। सेम है। इस दे नाल ही साडा सैशन 2 खत्म होता है। सैशन 3 पर्सनलाइज्ड कस्टमर सर्विस। जानते हैं पर्सनलाइज्ड कस्टमर सर्विस की होती है। पर्सनलाइजेशन मीन्स ऑफ मीटिंग द कस्टमर नीड मोर effectively and efficiently, making interaction faster and easier, and increasing customer satisfaction and the likelihood of repeat users। ਪਰਸਨਲਾਈਜੇਸ਼ਨ ਦਾ ਮੇਨ ਹੁੰਦਾ ਹੈ ਜਦੋਂ ਅਸੀਂ ਕਸਟਮਰ ਦੀ ਨੀਡ, ਜ਼ਰੂਰਤ ਨੂੰ ਅਸੀਂ ਵਧੀਆ ਤਰੀਕੇ ਨਾਲ ਪੂਰਾ ਕਰਦੇ ਹਾਂ ਅਤੇ ਉਹਦੇ ਨਾਲ ਉਹਦੀ ਜ਼ਰੂਰਤ ਜਾਣਨ ਦੇ ਲਈ ਜਲਦੀ ਤੋਂ ਜਲਦੀ ਪ੍ਰਯਾਸ ਕਰਦੇ ਹਾਂ ਤੇ ਉਹਨੂੰ ਆਸਾਨ ਤਰੀਕੇ ਨਾਲ ਸਮਝਾਉਂਦੇ ਹਾਂ ਅਤੇ ਜਿਸ ਦੇ ਨਾਲ ਕਸਟਮਰ ਦੀ ਜੋ ਸੈਟੀਸਫੈਕਸ਼ਨ ਹੈ ਵਸਤੂ ਨੂੰ ਲੈ ਕੇ ਕੀ ਉਹ ਚਾਹੁੰਦਾ ਹੈ ਉਹ ਪੂਰੀ ਕਰਦੇ ਹਾਂ ਤਾਂ ਉਸ ਦੇ ਨਾਲ ਕੀ ਹੁੰਦਾ ਹੈ ਕਸਟਮਰ ਸੈਟੀਸਫਾਈ ਹੋ ਕੇ ਜਾਂਦਾ ਹੈ ਜੋ ਸਟੋਰ ਤੋਂ। ਫਿਰ ਉਹ ਚਾਂਸ ਜ਼ਿਆਦਾ ਹੁੰਦੇ ਹਨ ਕਿ ਉਹ ਵਾਪਿਸ ਫਿਰ ਉਸੇ ਸਟੋਰ ਤੇ ਆਏਗਾ ਅਤੇ ਵਸਤੂਆਂ ਨੂੰ ਜ਼ਿਆਦਾ ਖਰੀਦਣ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਕਿ ਇੱਕ ਕਸਟਮਰ ਦਾ ਤੇ ਸ਼ੌਪਕੀਪਰ ਦਾ ਜਾਂ ਸਟੋਰ ਕੀਪਰ ਦਾ ਇੱਕ ਰਿਲੇਸ਼ਨ ਬਣ ਜਾਂਦਾ ਹੈ। ਉਸ ਨੂੰ ਪਤਾ ਮੈਂ ਉਸ ਸ਼ੌਪ ਤੇ ਉਸ ਸਟੋਰ ਤੇ ਜਾਊਂਗਾ ਤਾਂ ਮੈਨੂੰ ਵਧੀਆ ਟ੍ਰੀਟ ਕੀਤਾ ਜਾਏਗਾ। ਉਹ ਟ੍ਰੀਟ ਨੂੰ ਲੈ ਕੇ ਉਹ ਵਾਪਿਸ ਆਉਣ ਦੀ ਕੋਸ਼ਿਸ਼ ਵਾਰ-ਵਾਰ ਉੱਥੇ ਕਰਦਾ ਹੈ। ਕਸਟਮਰਸ ਹੈਵ ਲੋਟ ਆਫ ਚੋਇਸਸ। ਕਸਟਮਰ ਦੇ ਕੋਲ ਬਹੁਤ ਜ਼ਿਆਦਾ ਚੋਇਸਸ ਹੁੰਦੀਆਂ ਹਨ। ਜੇ ਅਸੀਂ ਉਹਦੀ ਸੈਟੀਸਫੈਕਸ਼ਨ ਪੂਰੀ ਨਹੀਂ ਕਰਾਂਗੇ, ਉਹਨੂੰ ਅਸੀਂ ਆਰਾਮ ਨਾਲ ਨਹੀਂ ਸੁਣਾਂਗੇ, ਉਹਦੀ ਜ਼ਰੂਰਤ ਨਹੀਂ ਪੂਰੀ ਕਰਾਂਗੇ ਤਾਂ ਕੋਈ ਚਾਂਸ ਨਹੀਂ ਹੋਏਗਾ ਉਹ ਸਾਡੇ ਕੋਲ ਵਾਪਿਸ ਆਏ ਤੇ ਸਾਡੀ ਵਸਤੂ ਨੂੰ ਦੁਬਾਰਾ ਪਰਚੇਜ਼ ਕਰੇ। ਐਂਡ ਪਰਸਨਲਾਈਜੇਸ਼ਨ ਸਰਵਿਸ ਕੈਨ ਸੈਟ ਦਾ ਬਿਜ਼ਨਸ ਅਪਾਰਟ ਫਰੋਮ ਕੰਪੀਟੀਸ਼ਨ। ਇਹਦੇ ਨਾਲ ਕੀ ਕੰਪੀਟੀਸ਼ਨ ਤੋਂ ਅਲੱਗ ਹੋ ਕੇ ਸਾਨੂੰ ਕਸਟਮਰ ਦੀ ਸੈਟੀਸਫੈਕਸ਼ਨ ਪੂਰਾ ਕਰਨਾ ਚਾਹੀਦਾ ਜਿਹਦੇ ਨਾਲ ਉਹ ਜ਼ਿਆਦਾ ਚਾਂਸਸ ਬਣ ਕੇ ਸਾਡੇ ਸਟੋਰ ਤੇ ਵਾਪਿਸ ਆਉਣ ਦੇ ਲਈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਸਟਮਾਈਜ਼ ਸੇਲਸ ਸਪੋਰਟ ਕੀ ਹੁੰਦੀ ਹੈ। ਇਹਦੇ ਵਿੱਚ ਕੀ ਹੁੰਦਾ ਹੈ ਕਸਟਮਰ ਨੂੰ ਅਸੀਂ ਸਪੋਰਟ ਕਿਸ ਤਰ੍ਹਾਂ ਦੇ ਸਕਦੇ ਹਾਂ, ਉਹ ਸਾਡੇ ਸਟੋਰ ਤੇ ਵਾਪਿਸ ਕਿਸ ਤਰ੍ਹਾਂ ਆਏਗਾ, ਇਹਦੇ ਬਾਰੇ ਅਸੀਂ ਗੱਲ ਕਰਦੇ ਹਾਂ। ਰਿਸਪੌਂਡ ਐਜ਼ ਕੁਇਕਲੀ ਐਜ਼ ਪੋਸੀਬਲ। ਜਿੰਨੀ ਜਲਦੀ ਹੋ ਸਕੇ ਉਹਨੂੰ ਰਿਸਪੌਂਡ ਕਰੋ। One of the biggest factor in customer service is speed, especially when a client is requesting something that is time sensitive। ਕਸਟਮਰ ਦੀ ਸਰਵਿਸ ਦੇ ਵਿੱਚ ਸਭ ਤੋਂ ਵੱਡਾ ਫੈਕਟਰ ਹੁੰਦਾ ਸਪੀਡ। ਜਿੰਨੀ ਜਲਦੀ ਅਸੀਂ ਉਹਦੀ ਜ਼ਰੂਰਤ ਪੂਰੀ ਕਰਾਂਗੇ ਉਨੇ ਜ਼ਿਆਦਾ ਚਾਂਸ ਹੋਣਗੇ ਉਹਨੂੰ ਵਾਪਿਸ ਆਉਣ ਦੇ ਲਈ। ਜਦੋਂ ਕਸਟਮਰ ਕਿਸੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਸੈਂਸਿਟਿਵ ਹੁੰਦਾ ਹੈ ਤਾਂ ਉਸ ਟਾਈਮ ਦੀ ਵੈਲਿਊ ਬਹੁਤ ਜ਼ਿਆਦਾ ਬਣ ਜਾਂਦੀ ਹੈ। ਜਿੰਨੀ ਜਲਦੀ ਅਸੀਂ ਉਸ ਟਾਈਮ ਦੇ ਵਿੱਚ ਉਹਦੀ ਜ਼ਰੂਰਤ ਪੂਰੀ ਕਰਾਂਗੇ ਉਨੀ ਜ਼ਿਆਦਾ ਸਾਡੇ ਕਸਟਮਰ ਦੇ ਨਾਲ ਰਿਲੇਸ਼ਨ ਵਧੀਆ ਬਣੇਗਾ। ਸੈਕੰਡ ਹੈ ਨੋ ਯੋਰ ਕਸਟਮਰ। ਆਪਣੇ ਕਸਟਮਰ ਨੂੰ ਜਾਣਨਾ। ਗ੍ਰੇਟ ਇੰਟਰੈਕਸ਼ਨ ਬਿਗਨ ਵਿਦ ਨੋਇੰਗ ਦਾ ਕਸਟਮਰ ਵਾਂਟਸ ਐਂਡ ਨੀਡਸ। ਕਸਟਮਰ ਦੀ ਕੀ ਜ਼ਰੂਰਤਾਂ ਹਨ, ਉਹ ਕੀ ਚਾਹੁੰਦਾ ਹੈ, ਇਹਦੇ ਬਾਰੇ ਸਭ ਤੋਂ ਵਧੀਆ ਤਰੀਕਾ ਹੈ ਉਹਦੇ ਨਾਲ ਇੰਟਰੈਕਸ਼ਨ ਕਰਨੀ। ਜਿੰਨੀ ਦੇਰ ਤੱਕ ਅਸੀਂ ਉਹਦੇ ਨਾਲ ਇੰਟਰੈਕਸ਼ਨ ਨਹੀਂ ਕਰਾਂਗੇ ਉਨੀ ਦੇਰ ਤੱਕ ਸਾਨੂੰ ਕਸਟਮਰ ਦੀ ਜ਼ਰੂਰਤ ਦਾ ਪਤਾ ਨਹੀਂ ਚੱਲੇਗਾ ਤੇ ਅਸੀਂ ਕਸਟਮਰ ਦੀ ਨੀਡ ਨੂੰ ਕਦੇ ਵੀ ਪੂਰਾ ਨਹੀਂ ਕਰ ਸਕਦੇ। ਇਸ ਤੋਂ ਬਾਅਦ ਸਾਡੇ ਕੋਲ ਕ੍ਰੀਏਟ ਐਂਡ ਮੇਨਟੇਨ ਏ ਕਲੋਜ਼ ਰਿਲੇਸ਼ਨ ਵਿਦ ਕਸਟਮਰਸ। ਕਸਟਮਰ ਦੇ ਨਾਲ ਰਿਲੇਸ਼ਨ ਬਣਾਉਣਾ ਹੈ ਅਤੇ ਉਹਨੂੰ ਮੇਨਟੇਨ ਕਰਕੇ ਰੱਖਣਾ ਇਹ ਬਹੁਤ ਜ਼ਿਆਦਾ ਜ਼ਰੂਰੀ ਤੱਤ ਹੈ ਕਸਟਮਰ ਸਰਵਿਸ ਸਪੋਰਟ ਦੇ ਵਿੱਚ। ਟਰਸਟ ਬਿਲਡਸ ਕਲੋਜ਼ ਰਿਲੇਸ਼ਨਸ। ਜੋ ਵਿਸ਼ਵਾਸ ਹੈ ਉਹਦੇ ਨਾਲ ਹੀ ਵਧੀਆ ਰਿਲੇਸ਼ਨ ਬਣਦੇ ਹਨ। ਕਸਟਮਰ ਲਰਨ ਟੂ ਟਰਸਟ ਦਾ ਰਿਟੇਲਰ ਇਫ ਦੇ ਕੀਪ देयर ਕਸਟਮਰ। ਕਸਟਮਰ ਤਾਂ ਹੀ ਲਰਨ ਕਰੇਗਾ ਜੇ ਅਸੀਂ ਉਹਦੀਆਂ ਕਮਿਟਮੈਂਟ ਪੂਰੀ ਕਰਾਂਗੇ ਟਾਈਮ ਦੇ ਉੱਪਰ, ਨਹੀਂ ਤਾਂ ਜਲਦੀ ਉਹਨੂੰ ਖੋ ਦੇਵਾਂਗੇ। ਉਹ ਹੋਰ ਸਟੋਰ ਤੇ ਆਉਣਾ ਸ਼ੁਰੂ ਕਰ ਦੂੰਗਾ। ਤੁਸੀਂ ਸੁਣਿਆ ਹੋਣਾ ਇੱਕ ਚੰਚਲ ਗਾਹਕ ਦਾ, ਉਹ ਚੰਚਲ ਗਾਹਕ ਬਣ ਜਾਏਗਾ। ਉਹਦੇ ਵਿੱਚ ਕੀ ਹੋਏਗਾ ਕਦੀ ਇੱਕ ਸਟੋਰ ਤੇ ਕਦੀ ਦੂਜੇ ਸਟੋਰ ਤੇ ਵਸਤੂ ਖਰੀਦਣ ਦੀ ਕੋਸ਼ਿਸ਼ ਕਰੇਗਾ
ਜਿੰਨੀ ਦੇਰ ਤੱਕ ਅਸੀਂ ਉਸ ਨੂੰ ਵਫਾਦਾਰ ਗਾਹਕ ਨਹੀਂ ਬਣਾਉਂਦੇ ਉਨੀ ਦੇਰ ਤੱਕ ਸਾਡੇ ਸਟੋਰ ਤੇ ਉਹ ਆਉਣਾ ਨਹੀਂ ਸ਼ੁਰੂ ਕਰੇਗਾ। ਨੈਕਸਟ ਹੈ ਆਇਡੈਂਟੀਫਾਈ ਕਸਟਮਰ ਨੀਡਸ, ਪ੍ਰੈਫਰੈਂਸ ਐਂਡ ਪ੍ਰਾਇੋਰਟੀਜ਼। ਕਸਟਮਰ ਦੀ ਨੀਡ ਨੂੰ ਸਮਝਣਾ, ਉਹਨਾਂ ਨੂੰ ਪ੍ਰੈਫਰੈਂਸ ਦੇਣੀ ਤੇ ਪ੍ਰਾਇੋਰਟੀ ਉੱਪਰ ਉਹਨਾਂ ਨੂੰ ਸੋਲਵ ਕਰਨਾ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਤੱਤ ਬਣ ਜਾਂਦਾ ਹੈ ਜਦੋਂ ਕਸਟਮਰ ਸਾਡੇ ਕੋਲ ਆਉਂਦਾ ਹੈ। ਆਇਡੈਂਟੀਫਾਈ ਕਸਟਮਰ ਨੀਡਸ ਇਨਵੋਲਵ ਰੀਚਿੰਗ the industry and asking the customer lots of specific question। ਜਦੋਂ ਕੋਈ ਕਸਟਮਰ ਸ਼ੌਪ ਤੇ ਸਟੋਰ ਤੇ ਆਉਂਦਾ ਹੈ ਤਾਂ ਉਹਦੇ ਨਾਲ ਉਹ ਜ਼ਰੂਰਤ ਹੁੰਦੀ ਹੈ ਉਹ ਜਿੰਨੀ ਜ਼ਰੂਰਤ ਪੂਰੀ ਕਰਨ ਲਈ ਆਉਂਦਾ ਹੈ, ਜਿੰਨੀ ਦੇਰ ਤੱਕ ਅਸੀਂ ਉਹਦੀ ਜ਼ਰੂਰਤ ਨਹੀਂ ਜਾਣਾਂਗੇ ਉਨੀ ਦੇਰ ਤੱਕ ਅਸੀਂ ਉਹਦੀ ਜ਼ਰੂਰਤ ਪੂਰੀ ਨਹੀਂ ਕਰਾਂਗੇ। ਉਹਦੀ ਜ਼ਰੂਰਤ ਜਿੰਨੀ ਪੂਰੀ ਕਰਨ ਦਾ ਤਰੀਕਾ ਸਭ ਤੋਂ ਵਧੀਆ ਹੈ ਉਹਦੇ ਨਾਲ ਅਸੀਂ ਕੁਐਸਚਨ ਕਰੀਏ। ਜਿੰਨੀ ਦੇਰ ਤੱਕ ਅਸੀਂ ਉਹਦੇ ਨਾਲ ਕੁਐਸਚਨਿੰਗ ਨਹੀਂ ਕਰਾਂਗੇ ਉਨੀ ਦੇਰ ਤੱਕ ਸਾਨੂੰ ਉਹਦੀ ਜ਼ਰੂਰਤ ਦਾ ਪਤਾ ਨਹੀਂ ਚੱਲੇਗਾ ਅਤੇ ਉਹਦੀ ਜ਼ਰੂਰਤ ਪੂਰੀ ਕਰਨ ਦੇ ਲਈ ਉਹਦੇ ਲਈ ਕੁਐਸਚਨ ਪੁੱਛਣੇ ਬਹੁਤ ਜ਼ਿਆਦਾ ਜ਼ਰੂਰੀ ਹਨ। ਉਸ ਤੋਂ ਬਾਅਦ ਹੈ ਸਾਡੇ ਕੋਲ ਆਸਕ ਦਾ ਕਸਟਮਰ ਟੂ ਨੋ ਅਮਾਊਂਟ ਆਫ देयर ਡਿਸਪੋਜ਼ੇਬਲ ਇਨਕਮ। ਉਹਦੀ ਡਿਸਪੋਜ਼ੇਬਲ ਇਨਕਮ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਜੇ ਅਸੀਂ ਕਸਟਮਰ ਦੀ ਕੋਈ ਜ਼ਰੂਰਤ ਪੂਰੀ ਕਰਨੀ ਹੈ। ਪੀਪਲ ਐਂਡ ਬਿਜ਼ਨਸ ਵਾਂਟ ਟੂ ਯੂਜ਼ देयर ਫਾਈਨੈਂਸ਼ੀਅਲ ਰਿਸੋਰਸਿਸ ਐਜ਼ ਇਫੈਕਟਿਵਲੀ ਐਜ਼ ਪੋਸੀਬਲ। ਬੰਦੇ ਅਤੇ ਬਿਜ਼ਨਸ ਚਾਹੁੰਦੇ ਹਨ ਕਿ ਫਾਈਨੈਂਸ਼ੀਅਲ ਰਿਸੋਰਸ ਨੂੰ ਅਸੀਂ ਵਧੀਆ ਤੋਂ ਵਧੀਆ ਤਰੀਕੇ ਨਾਲ ਯੂਜ਼ ਕਰੀਏ। ਸਭ ਤੋਂ ਵਧੀਆ ਤਰੀਕਾ ਹੈ ਅਸੀਂ ਉਹਦੇ ਨਾਲ ਕੁਐਸਚਨ ਕਰੀਏ, ਉਹਦੇ ਨਾਲ ਸਾਨੂੰ ਉਹਦੀ ਜ਼ਰੂਰਤ ਪਤਾ ਚੱਲੇਗੀ ਅਤੇ ਉਹਦੀ ਡਿਸਪੋਜ਼ੇਬਲ ਇਨਕਮ ਪਤਾ ਚੱਲੇਗੀ, ਉਹ ਕਿੰਨੇ ਪੈਸੇ ਖਰਚਣਾ ਚਾਹੁੰਦਾ ਹੈ। ਇਹ ਸਭ ਜਾਣਨ ਤੋਂ ਬਾਅਦ ਅਸੀਂ ਉਹਦੀ ਜੋ ਨੀਡ ਹੈ, ਜੋ ਉਹਦੀ ਜ਼ਰੂਰਤ ਹੈ ਉਹਨੂੰ ਅਸੀਂ ਪੂਰਾ ਕਰ ਸਕਦੇ ਹਾਂ। ਨੈਕਸਟ ਹੈ ਪ੍ਰੋਵਾਈਡ ਇਨਫੋਰਮੇਸ਼ਨ ਔਨ ਸੇਲ ਆਫ ਐਡੀਸ਼ਨਲ ਔਰ ਰਿਲੇਟਡ ਪ੍ਰੋਡਕਟ। ਜੋ ਐਡੀਸ਼ਨਲ ਸਾਡੇ ਕੋਲ ਪ੍ਰੋਡਕਟ ਹਨ ਉਹਦੇ ਨਾਲ ਰਿਲੇਟਡ ਪ੍ਰੋਡਕਟ ਹਨ, ਜੋ ਕਸਟਮਰ ਦੀ ਨੀਡ ਹੈ ਉਹਦੇ ਬਾਰੇ ਕਸਟਮਰ ਨੂੰ ਇਨਫੋਰਮੇਸ਼ਨ ਦੇਣੀ। In order to sell additional products available in the store, the sales associate should provide information to the customer regarding the sale, irrespective of the need of the customer। ਕਸਟਮਰ ਦੀ ਨੀਡ ਜਾਣਨ ਤੋਂ ਬਾਅਦ ਸਾਨੂੰ ਸਭ ਤੋਂ ਪਹਿਲਾਂ ਜ਼ਰੂਰਤ ਹੈ ਉਹਨੂੰ ਕਸਟਮਰ ਦੀ ਜੋ ਪ੍ਰੋਡਕਟ ਹੈ ਉਹਦੀ ਇਨਫੋਰਮੇਸ਼ਨ ਦੇਣੀ। ਉਹਦੀ ਇਨਫੋਰਮੇਸ਼ਨ ਦੇਣ ਦੇ ਨਾਲ ਜੋ ਉਹਦੀ ਜ਼ਰੂਰਤ ਨਹੀਂ ਹੈ irrespective of the need, ਜੋ ਸਾਡੇ ਕੋਲ ਬਾਕੀ ਪ੍ਰੋਡਕਟ ਅਵੇਲੇਬਲ ਉਹਦੇ ਬਾਰੇ ਵੀ ਕਸਟਮਰ ਨੂੰ ਇਨਫੋਰਮੇਸ਼ਨ ਦੇਣੀ। ਸਾਡੇ ਕੋਲ ਕਿਹੜੇ ਕਿਹੜੇ ਪ੍ਰੋਡਕਟ ਅਵੇਲੇਬਲ, ਉਹਨਾਂ ਦਾ ਕੰਮ ਕੀ ਹੈ, ਉਹ ਕਿਸ ਤਰ੍ਹਾਂ ਵਰਕ ਕਰਦੇ ਨੇ, ਇਹ ਸਾਰੀ ਚੀਜ਼ਾਂ ਦੀ ਸਾਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ। ਇਹਦੇ ਨਾਲ ਕੀ ਹੋਏਗਾ, ਕਸਟਮਰ ਦੇ ਨਾਲ ਸਾਡਾ ਇੱਕ ਰਿਲੇਸ਼ਨ ਬਣੇਗਾ। ਰਿਲੇਸ਼ਨ ਕਿਸ ਤਰ੍ਹਾਂ ਬਣੇਗਾ, ਕਸਟਮਰ ਸਾਡੇ ਕੋਲ ਜੋ ਪੁੱਛ ਕੇ ਜਾਏਗਾ ਤਾਂ ਉਹਨੂੰ ਇਹ ਜਾਣਕਾਰੀ ਹੋਗੀ ਕਿ ਇਹ ਪ੍ਰੋਡਕਟ ਇਸ ਸਟੋਰ ਦੇ ਵਿੱਚ ਅਵੇਲੇਬਲ ਹਨ ਤੇ ਇਹਨਾਂ ਦਾ ਪ੍ਰਾਈਸ ਕੀ ਹੈ, ਇਹਨਾਂ ਦੀ ਕੈਟੇਗਰੀ ਕੀ ਹੈ, ਇਹ ਸਾਰੀ ਚੀਜ਼ਾਂ ਦੀ ਇਨਫੋਰਮੇਸ਼ਨ ਉਹਨੂੰ ਹੋਏਗੀ। ਇਹ ਹੋਈ ਗੱਲ ਪ੍ਰੋਵਾਈਡ ਇਨਫੋਰਮੇਸ਼ਨ ਔਨ ਸੇਲ ਆਫ ਐਡੀਸ਼ਨਲ ਔਰ ਰਿਲੇਟਡ ਪ੍ਰੋਡਕਟਸ। ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਕਸਟਮਾਈਜ਼ ਸੇਲ ਸਰਵਿਸ ਬੋਰਡ ਦੇ ਵਿੱਚ ਇਨਕਰੇਜ ਕਸਟਮਰ ਟੂ ਐਡਵਾਈਸ ਔਨ ਪਰਚੇਜ਼ ਡਿਸੀਜਨਸ। ਸਭ ਤੋਂ ਪਹਿਲਾਂ ਜਾਣਦੇ ਹਾਂ ਪਰਚੇਜ਼ ਡਿਸੀਜਨ ਕੀ ਹੁੰਦਾ। ਪਰਚੇਜ਼ ਡਿਸੀਜਨ ਹੁੰਦਾ ਜੋ ਸਾਡੇ ਕੋਲ ਕਸਟਮਰ ਆਇਆ ਤਾਂ ਉਹਦੇ ਦਿਮਾਗ ਦੇ ਵਿੱਚ ਕੁਝ ਪ੍ਰੋਡਕਟ ਹੁੰਦੇ, ਉਹਦੀ ਨੀਡ ਹੁੰਦੀ ਹੈ, ਉਹ ਪ੍ਰੋਡਕਟ ਨੂੰ ਲੈ ਕੇ ਥੋੜਾ ਕਨਫਿਊਜ਼ ਹੁੰਦਾ। ਅਸੀਂ ਉਹਨਾਂ ਕਨਫਿਊਜ਼ਨ ਨੂੰ ਦੂਰ ਕਰਦੇ ਉਹਨੂੰ ਪ੍ਰੋਡਕਟ ਜੋ ਪਰਚੇਜ਼ ਡਿਸੀਜਨ ਹੈ ਉਹਦੇ ਵਿੱਚ ਉਹਦੀ ਹੈਲਪ ਕਰਨੀ ਹੈ। ਪਰਚੇਜ਼ ਡਿਸੀਜਨ ਇਜ਼ ਅ ਪ੍ਰੋਸੈਸ ਆਫ ਥਿੰਕਿੰਗ ਦੈਟ ਲੀਡਸ ਦਾ ਕਸਟਮਰ ਟੂ ਆਇਡੈਂਟੀਫਾਈ ਦਾ ਨੀਡ, ਜਨਰੇਟ ਚੋਇਸ ਐਂਡ ਚੂਜ਼ ਏ ਡੈਫੀਨੇਟ ਪ੍ਰੋਡਕਟ। ਹੁਣ ਅਸੀਂ ਕਸਟਮਰ ਨੂੰ ਦੱਸਣਾ ਹੈ ਸਾਡੇ ਕੋਲ ਕਿਹੜੇ ਕਿਹੜੇ ਪ੍ਰੋਡਕਟ ਅਵੇਲੇਬਲ ਹਨ, ਉਹਦੀ ਜ਼ਰੂਰਤ ਕੀ ਹੈ ਕਸਟਮਰ ਦੀ, ਉਹਦੀ ਜ਼ਰੂਰਤ ਜੋ ਸਾਡੇ ਕੋਲ ਪ੍ਰੋਡਕਟ ਹਨ ਕਿਸ ਤਰ੍ਹਾਂ ਪੂਰੀ ਕਰ ਸਕਦੇ ਹਨ। ਇਹ ਸਾਰੇ ਚੀਜ਼ਾਂ ਨੂੰ ਅਸੀਂ ਮਿਕਸ ਕਰਕੇ ਇੱਕ ਸੇਲਸ ਐਸੋਸੀਏਟ ਨੇ ਕਸਟਮਰ ਨੂੰ ਦੱਸਣੀਆਂ ਹਨ। ਜਦੋਂ ਕਸਟਮਰ ਨੂੰ ਉਹਦੇ ਸਾਰੇ ਡਾਊਟਸ ਕਲੀਅਰ ਹੋ ਗਏ ਤਾਂ ਉਸ ਤੋਂ ਬਾਅਦ ਉਹਦਾ 95% ਡਿਸੀਜਨ ਬਣ ਜਾਂਦਾ ਹੈ ਕਿ ਮੈਂ ਪ੍ਰੋਡਕਟ ਪਰਚੇਜ਼ ਕਰਨਾ ਹੈ। ਜਿੰਨੀ ਦੇਰ ਤੱਕ ਅਸੀਂ ਉਹਦੇ ਕਨਫਿਊਜ਼ਨ ਨਹੀਂ ਦੂਰ ਕਰਾਂਗੇ, ਉਹਦੀ ਡਾਊਟ ਨਹੀਂ ਦੂਰ ਕਰਾਂਗੇ, ਉਹਦੀ ਨੀਡ ਕਿਸ ਤਰ੍ਹਾਂ ਪੂਰੀ ਹੋਏਗੀ ਇਹ ਨਹੀਂ ਦੱਸਾਂਗੇ, ਉਨੀ ਦੇਰ ਤੱਕ ਕਸਟਮਰ ਕਦੇ ਵੀ ਕਲੀਅਰ ਨਹੀਂ ਹੁੰਦਾ ਆਪਣੇ ਡਿਸੀਜਨ ਨੂੰ ਲੈ ਕੇ। ਨੈਕਸਟ ਹੈ ਮੇਨਟੇਨ ਗੁੱਡ ਰਿਲੇਸ਼ਨ ਵਿਦ ਕਸਟਮਰ। ਸੇਮ ਜੋ ਪਹਿਲਾਂ ਅਸੀਂ ਕੀਤਾ ਹੈ, ਜੋ ਕਸਟਮਰ ਦੇ ਨਾਲ ਸਾਡੇ ਰਿਲੇਸ਼ਨ ਹਨ ਉਹ ਬਹੁਤ ਵਧੀਆ ਹੋਣੇ ਚਾਹੀਦੇ ਹਨ। ਜਿੰਨੀ ਦੇਰ ਤੱਕ ਸਾਡੇ ਕਸਟਮਰ ਨਾਲ ਰਿਲੇਸ਼ਨ ਵਧੀਆ ਨਹੀਂ ਹੋਣਗੇ ਉਨੀ ਦੇਰ ਤੱਕ ਕਸਟਮਰ ਕੋਈ ਵੀ ਪ੍ਰੋਡਕਟ ਪਰਚੇਜ਼ ਨਹੀਂ ਕਰੇਗਾ। ਇਸ ਤੋਂ ਬਾਅਦ ਸਾਡੇ ਕੋਲ ਸਟੈਪਸ ਇਨਵੋਲਵਡ ਇਨ ਪਰਸਨਲਾਈਜ਼ਡ ਸੇਲਸ ਸਪੋਰਟ, ਇਹਦੇ ਬਾਰੇ ਗੱਲ ਕਰਦੇ ਹਾਂ। ਇਹ ਪਰਸਨਲਾਈਜ਼ਡ ਸਰਵਿਸ ਇਜ਼ ਅ ਸਰਵਿਸ ਵਿਚ ਇਜ਼ ਮੇਡ ਟੂ ਮੇਜਰ ਫॉर द ਕਸਟਮਰ। ਜੋ ਪਰਸਨਲਾਈਜ਼ਡ ਸਰਵਿਸ ਹੈ ਇਹ ਮੇਡ ਟੂ ਮੇਜਰ ਹੈ ਕਸਟਮਰ ਦੇ ਲਈ। ਸਾਨੂੰ ਗਾਹਕਾਂ ਦੇ ਬਾਰੇ ਪਤਾ ਚੱਲਦਾ ਹੈ, ਉਹਨਾਂ ਦੀਆਂ ਜ਼ਰੂਰਤਾਂ ਕੀ ਹਨ, ਉਹਨਾਂ ਜ਼ਰੂਰਤਾਂ ਨੂੰ ਪੂਰਾ ਕਿਸ ਤਰ੍ਹਾਂ ਕਰਨਾ ਹੈ ਅਤੇ ਉਹਨਾਂ ਦਾ ਬਜਟ ਕੀ ਹੈ, ਉਹਨਾਂ ਦੇ ਬਜਟ ਦੇ ਵਿੱਚ ਰਹਿ ਕੇ ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਿਸ ਤਰ੍ਹਾਂ ਕਰਨਾ ਹੈ। ਇਸ ਲਈ ਇਸ ਨੂੰ ਆਖਦੇ ਨੇ ਮੇਡ ਟੂ ਮੇਜਰ ਸਰਵਿਸ। ਪਰਸਨਲਾਈਜੇਸ਼ਨ ਪੋਜ਼ਿਟਿਵਲੀ ਡਰਾਈਵ ਕੀ ਰਿਟਰਨਸ, ਇਹ ਸਾਨੂੰ ਕੀ ਰਿਟਰਨ ਦੇ ਬਾਰੇ ਦੱਸਦਾ ਹੈ।
such as revenue, conversion and average transaction value. Revenue ਕੀ ਹੁੰਦਾ ਹੈ? Revenue ਹੁੰਦਾ ਹੈ ਸਾਨੂੰ ਕਸਟਮਰ ਤੋਂ ਕਿੰਨਾ revenue, ਕਿੰਨਾ profit ਹੋਇਆ। Conversion, ਸਾਡੇ ਕੋਲ 10 ਕਸਟਮਰ ਆਏ, 10 ਦੇ ਵਿੱਚੋਂ ਕਿੰਨਿਆਂ ਨੇ ਪ੍ਰੋਡਕਟ ਪਰਚੇਜ਼ ਕੀਤਾ, ਕਿੰਨਿਆਂ ਨੇ ਪ੍ਰੋਡਕਟ ਨਹੀਂ ਪਰਚੇਜ਼ ਕੀਤਾ, ਅਤੇ ਐਵਰੇਜ ਟ੍ਰਾਂਜੈਕਸ਼ਨ ਵੈਲਿਊ ਸਾਡੀ ਕੀ ਰਹੀ। ਇਹ ਸਭ ਚੀਜ਼ਾਂ ਦੇ ਬਾਰੇ ਸਾਨੂੰ ਪਤਾ ਲੱਗਦਾ ਹੈ। ਉਸ ਤੋਂ ਬਾਅਦ ਹੈ ਸਾਡੇ ਕੋਲ ਇਸ ਦੇ ਵਿੱਚ ਸਭ ਤੋਂ ਹੈ ਟਰੈਕ ਕਸਟਮਰ ਐਕਸ਼ਨ, ਜੋ ਕਸਟਮਰ ਦੇ ਐਕਸ਼ਨ ਔਨ ਟਰੈਕ ਕਰਨਾ। ਬਿਹੇਵੀਅਰ ਟਰੈਕਿੰਗ ਐਂਡ ਪ੍ਰਾਈਸ ਟਾਰਗੇਟਿੰਗ ਹੈਵ ਗਰੋਨ ਰੈਪਿਡਲੀ ਇਨ ਪੋਪੂਲੈਰਿਟੀ ਅਮੰਗ ਮਾਰਕੀਟਰ। ਜੋ ਮਾਰਕੀਟਰ ਹਨ ਉਹਨਾਂ ਦੇ ਵਿੱਚ ਬਿਹੇਵੀਅਰ ਟਰੈਕਿੰਗ ਨੂੰ ਲੈ ਕੇ ਤੇ ਪ੍ਰਾਈਸ ਟਾਰਗੇਟਿੰਗ ਨੂੰ ਲੈ ਕੇ ਅੱਜ ਬਹੁਤ ਜ਼ਿਆਦਾ ਪੋਪੂਲੈਰਿਟੀ ਹੋ ਗਈ ਤੇ ਫਿਊਚਰ ਵਿੱਚ ਵੀ ਇਹ ਬਹੁਤ ਜ਼ਿਆਦਾ ਹੋਏਗੀ। ਇਹਦੇ ਨਾਲ ਕੀ ਹੋਏਗਾ, ਜੋ ਇੱਕ ਮਾਰਕੀਟਰ ਹੈ, ਮਤਲਬ ਕਿ ਜੋ ਸਟੋਰ ਕੀਪਰ ਹੈ ਜਾਂ ਹੋਰ ਕੋਈ ਬੰਦਾ ਹੈ ਮਾਰਕੀਟ ਦੇ ਵਿੱਚ, ਉਹ ਕੀ ਕਰਦਾ, ਉਹਦੇ ਕੋਲ ਜਿਹੜਾ ਕਸਟਮਰ ਆਉਂਦਾ ਉਹ ਉਸਦੇ ਬਿਹੇਵੀਅਰ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹਨੂੰ ਉਹਦੇ ਅਕੋਰਡਿੰਗ ਹੀ ਵਸਤੂਆਂ ਭੇਜਦਾ ਹੈ। ਤੁਸੀਂ ਦੇਖਿਆ ਹੋਣਾ ਕਈ ਵਾਰ ਤੁਸੀਂ ਕੋਈ ਪ੍ਰੋਡਕਟ ਸਰਚ ਕਰਦੇ ਹਾਂ ਨੈਟ ਦੇ ਉੱਪਰ, ਗੂਗਲ ਦੇ ਉੱਪਰ, ਤਾਂ ਉਹ ਦੇ ਪ੍ਰੋਡਕਟ ਦੇ ਐਡ ਸਾਡੇ ਕੰਟੀਨਿਊ ਆਉਂਦੇ ਰਹਿੰਦੇ ਆ ਐਡ ਲੈ ਕੇ। ਇਹ ਕੀ ਹੁੰਦਾ, ਇਹ ਗੂਗਲ ਜੋ ਹੈ ਇੱਕ ਸਰਚ ਇੰਜਨ ਹੈ, ਉਸ ਨੂੰ ਸਾਡੇ ਪ੍ਰੋਡਕਟ ਦੇ ਬਾਰੇ, ਸਾਡੇ ਬਾਰੇ ਪਤਾ ਲੱਗ ਜਾਂਦਾ ਹੈ ਇਹ ਵਿਅਕਤੀ ਇਸ ਬਿਹੇਵੀਅਰ ਦਾ ਹੈ ਤੇ ਇਸ ਨੂੰ ਇਹ ਪ੍ਰੋਡਕਟ ਚਾਹੀਦਾ, ਉਸ ਨੂੰ ਚੀਜ਼ ਨੂੰ ਲੈ ਕੇ ਸਾਨੂੰ ਉਹ ਪ੍ਰੋਡਕਟ ਭੇਜਦਾ ਰਹਿੰਦਾ ਹੈ। ਉਹ ਹੁੰਦੀ ਹੈ ਬਿਹੇਵੀਅਰ ਟਰੈਕਿੰਗ ਤੇ ਪ੍ਰਾਈਸ ਟਾਰਗੇਟਿੰਗ। ਉਸ ਤੋਂ ਬਾਅਦ ਨੈਕਸਟ ਆ ਗਿਆ ਸਾਡਾ ਐਨਾਲਾਈਜ਼ ਕਸਟਮਰ ਬਾਏ ਕੰਟੈਕਸਟ। ਕੰਟੈਕਸਟ ਦੇ ਅਕੋਰਡਿੰਗ ਕਸਟਮਰ ਨੂੰ ਐਨਾਲਾਈਜ਼ ਕਰਨਾ। Customer analysis is a process by which data from customer behavior is used to help make business decisions by a marketing information or predictive analysis। ਇਹਦੇ ਨਾਲ ਕੀ ਹੁੰਦਾ ਹੈ, ਇਹਦੇ ਨਾਲ ਜੋ ਮਾਰਕੀਟਰ ਹਨ ਉਹ ਕਸਟਮਰ ਦਾ ਜੋ ਡਾਟਾ ਹੈ ਉਹ ਯੂਜ਼ ਕਰਦੇ ਹਨ, ਉਹਨੂੰ ਯੂਜ਼ ਕਰਕੇ ਉਹ ਪ੍ਰੋਡਕਟ ਆਪਣਾ ਲਾਂਚ ਕਰਦੇ ਹਨ ਔਰ ਲਾਂਚ ਕਰਨ ਤੋਂ ਬਾਅਦ ਉਹ ਕਸਟਮਰ ਤੱਕ ਆਪਣਾ ਪ੍ਰੋਡਕਟ ਪਹੁੰਚਾਉਂਦੇ ਹਨ। ਇਹਦੇ ਵਿੱਚ ਮਾਰਕੀਟ ਸੈਗਮੈਂਟੇਸ਼ਨ ਇੱਕ ਬਹੁਤ ਮਹੱਤਵਪੂਰਨ ਚੀਜ਼ ਹੈ। ਮਾਰਕੀਟ ਸੈਗਮੈਂਟੇਸ਼ਨ ਦੇ ਵਿੱਚ ਕੀ ਹੁੰਦੀ ਹੈ, ਮਾਰਕੀਟ ਦੇ ਵਿੱਚ ਵਸਤੂ ਆਉਣ ਤੋਂ ਪਹਿਲਾਂ ਉਹਨਾਂ ਦੇ ਅਕੋਰਡਿੰਗ ਉਹਨੂੰ ਡਿਵਾਈਡ ਕਰ ਦਿੱਤਾ ਜਾਂਦਾ ਹੈ। ਉਹਦੀ ਏਜ ਦੇ ਅਕੋਰਡਿੰਗ ਬੰਦਿਆਂ ਦੀ, ਜੋ ਉਹਦੇ ਕਸਟਮਰ ਹਨ, ਜੋ ਉਹਨਾਂ ਦੀ ਬਿਹੇਵੀਅਰ ਹੈ ਉਹਦੇ ਅਕੋਰਡਿੰਗ ਅਲੱਗ-ਅਲੱਗ ਤਰੀਕੇ ਦੇ ਨਾਲ ਪ੍ਰੋਡਕਟ ਨੂੰ ਸ਼ੋ ਕੀਤਾ ਜਾਂਦਾ। ਇਹ ਪ੍ਰੋਡਕਟ ਇਸ ਸੈਗਮੈਂਟ ਦੇ ਵਿੱਚ ਸਭ ਤੋਂ ਵਧੀਆ ਹੈ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਯੂਜ਼ ਇੰਡੀਵਿਜੂਅਲ ਟਾਰਗੇਟ ਟੂਲਸ। ਜੋ ਇੰਡੀਵਿਜੂਅਲ ਟਾਰਗੇਟ ਟੂਲਸ ਹਨ ਉਹਨਾਂ ਨੂੰ ਯੂਜ਼ ਕਰਨਾ। Individual targeting is a technique used by sellers to increase the effectiveness of their sales and marketing। Individual targeting technique use ਕੀਤੀ ਜਾਂਦੀ ਹੈ ਜਿਹਦੇ ਵਿੱਚ ਇੱਕ ਇੰਡੀਵਿਜੂਅਲ ਨੂੰ ਲੈ ਕੇ ਦੇਖਿਆ ਜਾਂਦਾ ਹੈ ਇਸ ਨੂੰ ਇਹ ਪ੍ਰੋਡਕਟ ਅਸੀਂ ਪੇਸ਼ ਕਰਨਾ ਹੈ ਅਤੇ ਉਹਦੇ ਲਈ ਸੈਲਰ ਦੁਆਰਾ ਅਲੱਗ-ਅਲੱਗ ਐਫੈਕਟ ਕੀਤੇ ਜਾਂਦੇ, ਇਫੈਕਟਿਵਨੈਸ ਵਧਾਈ ਜਾਂਦੀ ਹੈ ਆਪਣੀ ਸੇਲਸ ਨੂੰ ਲੈ ਕੇ, ਮਾਰਕੀਟ ਨੂੰ ਲੈ ਕੇ, ਉਸ ਨੂੰ ਆਖਦੇ ਹਨ ਯੂਜ਼ ਇੰਡੀਵਿਜੂਅਲ ਟਾਰਗੇਟਿੰਗ ਰੂਲਸ। ਉਸ ਤੋਂ ਬਾਅਦ ਆ ਗਿਆ ਸਾਡਾ ਕ੍ਰੀਏਟ ਰੂਲ ਬੇਸਡ ਕ੍ਰਾਸ ਸੈਲਿੰਗ ਰეკਮੈਂਡੇਸ਼ਨ। ਕ੍ਰਾਸ ਸੈਲਿੰਗ ਕੀ ਹੁੰਦਾ, ਤੁਸੀਂ ਇੱਕ ਪ੍ਰੋਡਕਟ ਲੈਣਗੇ ਉਹਦੇ ਰਿਲੇਟਡ ਤੁਹਾਨੂੰ ਹੋਰ ਪ੍ਰੋਡਕਟ ਸੇਲ ਕਰ ਦਿੱਤਾ ਗਿਆ, ਇਹ ਹੁੰਦਾ ਕ੍ਰਾਸ ਸੈਲਿੰਗ। ਕ੍ਰਾਸ ਸੈਲਿੰਗ ਇਜ਼ ਦ ਐਕਸ਼ਨ ਔਰ ਪ੍ਰੈਕਟਿਸ ਆਫ ਸੈਲਿੰਗ ਐਨ ਐਡੀਸ਼ਨਲ ਪ੍ਰੋਡਕਟ ਔਰ ਸਰਵਿਸ ਟੂ ਐਨ ਐਗਜ਼ਿਸਟਿੰਗ ਕਸਟਮਰ। ਜੋ ਤੁਹਾਡੇ ਕੋਲ ਐਗਜ਼ਿਸਟਿੰਗ ਕਸਟਮਰ ਹੈ ਉਹਨਾਂ ਨੂੰ ਹੋਰ ਪ੍ਰੋਡਕਟ ਵੇਚਣੇ ਜਾਂ ਉਹਨਾਂ ਨੂੰ ਸਰਵਿਸ ਹੋਰ ਵੇਚਣੀ, ਉਹ ਹੁੰਦੀ ਹੈ ਕ੍ਰਾਸ ਸੈਲਿੰਗ। ਇਹ ਰეკਮੈਂਡੇਸ਼ਨ ਹੁੰਦੀ ਹੈ ਜਦੋਂ ਤੁਹਾਡਾ ਰਿਲੇਸ਼ਨ ਕਸਟਮਰ ਦੇ ਨਾਲ ਬਹੁਤ ਵਧੀਆ ਬਣ ਗਿਆ, ਉਹਦੇ ਅਕੋਰਡਿੰਗ ਹੀ ਇਹ ਤੁਸੀਂ ਵੇਚ ਸਕਦੇ ਹੋ ਆਪਣੇ ਪ੍ਰੋਡਕਟ। ਉਸ ਤੋਂ ਬਾਅਦ ਆ ਗਿਆ ਸਾਡਾ ਨੈਕਸਟ ਮੋਬਾਈਲ ਕਮਰਸ ਪਰਸਨਲਾਈਜੇਸ਼ਨ। ਇਹ ਕੀ ਹੁੰਦੀ ਹੈ, many top retail marketers are revising their digital marketing strategies to focus on engaging the mobile shopper and strengthen their mobile commerce personalization plan। ਤੁਸੀਂ ਦੇਖਿਆ ਹੋਣਾ ਤੁਸੀਂ ਪ੍ਰੋਡਕਟ ਕੋਈ ਪਰਚੇਜ਼ ਕਰਨਾ, ਤੁਸੀਂ ਕੀ ਕਰਦੇ ਹੋ, ਫਲਿੱਪਕਾਰਟ 'ਤੇ ਸਰਚ ਕਰਦੇ ਹੋ ਜਾਂ ਐਮਾਜ਼ੋਨ 'ਤੇ ਸਰਚ ਕਰਦੇ ਹੋ, ਉਹਨੂੰ ਅਸੀਂ ਐਮ ਕਮਰਸ ਕਹਿ ਸਕਦੇ ਹਾਂ। ਐਮ ਕਮਰਸ ਦੇ ਵਿੱਚ ਜੋ ਪ੍ਰੋਡਕਟ ਸਾਡੇ ਕੋਲ ਆਉਂਦਾ ਹੈ ਤਾਂ ਅਸੀਂ ਆਪਣੇ ਆਪ ਨੂੰ ਜ਼ਿਆਦਾ ਇਫੈਕਟ ਲੈਂਦੇ ਆ, ਜ਼ਿਆਦਾ ਇੰਟਰਸਟ ਲੈਂਦੇ ਆ, ਅਸੀਂ ਉਹ ਪ੍ਰੋਡਕਟ ਪਰਚੇਜ਼ ਕਰਦੇ ਹਾਂ। ਇਸੇ ਤਰ੍ਹਾਂ ਹੀ ਅੱਜ ਕੱਲ੍ਹ ਦੇ ਜੋ ਸੈਲਰ ਹਨ, ਜੋ ਮਾਰਕੀਟਰ ਦੇ ਵਿੱਚ ਰਹਿ ਰਹੇ ਹਨ, ਉਹ ਕੀ ਕਰਦੇ, ਆਪਣੇ ਪ੍ਰੋਡਕਟ ਨੂੰ ਮੈਕਸਿਮਮ ਕਸਟਮਰ ਤੱਕ ਪਹੁੰਚਾਉਣ ਦੇ ਲਈ ਮੋਬਾਈਲ ਸ਼ੋਪਰ ਐਮ ਕਮਰਸ ਦਾ ਯੂਜ਼ ਕਰਦੇ ਹਨ, ਜਿਹਦੇ ਨਾਲ ਕਿ ਉਹ ਆਪਣੇ ਪ੍ਰੋਡਕਟ ਨੂੰ ਆਸਾਨੀ ਨਾਲ ਕਸਟਮਰ ਤੱਕ ਪਹੁੰਚਾ ਸਕਣ। ਇਸ ਤੋਂ ਬਾਅਦ ਹੈ ਸਾਡੇ ਕੋਲ ਜਨਰੇਟ ਸਰਵਿਸਿਜ਼। ਇਹਦੇ ਵਿੱਚ ਕੀ ਆਉਂਦਾ, ਫੋਲੋਇੰਗ ਲੋਇਲ strategies are used in personalization way to strengthen the customer devotion to the retail business। ਇਹ ਕਿਹੜੀਆਂ ਆਫਰ ਰਿਵਾਰਡ ਫॉर ਨਿਊ ਕਸਟਮਰ। ਜੋ ਤੁਹਾਡੇ ਕੋਲ ਕਸਟਮਰ ਆਉਂਦਾ ਹੈ ਉਹਨੂੰ ਰਿਵਾਰਡ ਦਿਓ, ਉਹਦੇ ਨਾਲ ਕੀ ਤੁਹਾਡੀ ਲਾਇਲਟੀ ਕਸਟਮਰ ਦੇ ਜ਼ਿਆਦਾ ਵਧੇਗੀ। ਸਟਾਰਟਿੰਗ ਟੂ ਆਫਰ ਡਿਸਕਾਊਂਟ ਫॉर ਸਟੋਰ ਮੈਂਬਰ। ਜੋ ਸਟੋਰ ਮੈਂਬਰ ਹਨ ਉਹਨਾਂ ਨੂੰ ਡਿਸਕਾਊਂਟ ਦਿਓ, ਉਹਦੇ ਨਾਲ ਕੀ ਹੋਏਗਾ, ਸਟੋਰ ਮੈਂਬਰ ਦੇ ਵਿੱਚ ਕਸਟਮਰ ਨੂੰ ਲੈ ਕੇ, ਜੋ ਕਸਟਮਰ ਸਾਡੇ ਹਨ ਉਹਨਾਂ ਨੂੰ ਲੈ ਕੇ ਜ਼ਿਆਦਾ ਲਾਇਲਟੀ ਵਧੇਗੀ ਤੇ ਉਹ ਸਾਡੇ ਕੋਲ ਹੀ ਵਸਤੂ ਪਰਚੇਜ਼ ਕਰਨਗੇ। ਸੈਂਡਿੰਗ ਸਪੈਸ਼ਲ ਐਂਡ ਸੀਜ਼ਨਲ ਆਫਰਸ।
ਜੋ ਸੀਜ਼ਨਲ ਆਫਰ ਹਨ, ਸਪੈਸ਼ਲ ਆਫਰ ਹਨ, ਉਹਨਾਂ ਨੂੰ ਸੈਂਡ ਕਰੋ। ਮੋਬਾਈਲ ਦੇ ਥਰੂ, WhatsApp ਦੇ ਥਰੂ, ਮੇਲ ਦੇ ਥਰੂ, ਕਿਸੇ ਤਰ੍ਹਾਂ ਵੀ ਸੈਂਡ ਹੋ ਸਕਦੀ ਹੈ। ਇਨਵਾਈਟ ਕਸਟਮਰ ਟੂ ਕੀਪ ਇਨ ਟੱਚ। ਜੋ ਕਸਟਮਰਸ ਹਨ ਉਹਨਾਂ ਨੂੰ ਆਪਣੇ ਟੱਚ ਦੇ ਵਿੱਚ ਰੱਖਣਾ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਜਿੰਨੀ ਦੇਰ ਤੱਕ ਤੁਸੀਂ ਕਸਟਮਰ ਦੇ ਨਾਲ ਟੱਚ ਦੇ ਵਿੱਚ ਨਹੀਂ ਰਹੋਗੇ, ਉਨੀ ਦੇਰ ਤੱਕ ਕੋਈ ਵੀ ਕਸਟਮਰ ਤੁਹਾਡਾ ਵਫਾਦਾਰ ਕਸਟਮਰ ਨਹੀਂ ਬਣੇਗਾ। ਨੈਕਸਟ ਆ ਗਿਆ ਸਾਡੇ ਕੋਲ ਜਨਰੇਟ ਰਿਪੀਟ ਸੇਲਸ। It refers to using every opportunity to communicate the upcoming sales offer to existing customer। ਇਹਦੇ ਨਾਲ ਕੀ ਹੁੰਦਾ ਹੈ, ਅਸੀਂ ਹਰ ਇੱਕ ਓਪਰਚੁਨਿਟੀ ਲੈਣੀ ਹੈ ਜਿਹਦੇ ਨਾਲ ਸਾਡੀ ਵਸਤੂ ਦੀ ਸੇਲ ਜ਼ਿਆਦਾ ਹੋਵੇ। ਐਗਜ਼ਿਸਟਿੰਗ ਕਸਟਮਰ ਨੂੰ ਲੈ ਕੇ ਉਹਦੇ ਨਾਲ ਹੀ ਸਾਡੇ ਰਿਪੀਟ ਕਸਟਮਰ ਉਹ ਆਉਣਗੇ ਅਤੇ ਸਾਡੇ ਐਗਜ਼ਿਸਟਿੰਗ ਕਸਟਮਰ ਸਾਡੇ ਨਾਲ ਬਣੇ ਰਹਿਣਗੇ। ਇਹ ਹੋ ਗਈ ਸਾਡੀ ਸੈਸ਼ਨ 3 ਦੀ ਗੱਲ। ਇਸ ਤੋਂ ਬਾਅਦ ਅਸੀਂ ਕਰਦੇ ਹਾਂ ਸੈਸ਼ਨ 4 ਦੀ। ਹੁਣ ਅਸੀਂ ਗੱਲ ਕਰਦੇ ਹਾਂ ਸੈਸ਼ਨ 4 ਦੀ, ਪੋਸਟ ਸੇਲ ਸਰਵਿਸ ਸਪੋਰਟ ਦੀ। ਇਸ ਦੇ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਾਣਦੇ ਹਾਂ ਪੋਸਟ ਸੇਲ ਸਰਵਿਸ ਹੁੰਦੀ ਕੀ ਹੈ। ਪੋਸਟ ਸੇਲ ਸਰਵਿਸ ਸਪੋਰਟ, ਸਮਟਾਈਮਸ ਕਾਲਡ ਆਫਟਰ ਸੇਲ ਸਰਵਿਸ, is a service provided after customer have purchased a product। ਪੋਸਟ ਸੇਲ ਸਰਵਿਸ ਨੂੰ ਅਸੀਂ ਆਫਟਰ ਸੇਲ ਸਰਵਿਸ ਵੀ ਆਖ ਸਕਦੇ ਹਾਂ। ਇਹ ਕਸਟਮਰ ਨੂੰ ਦਿੱਤੀ ਜਾਂਦੀ ਹੈ ਜਦੋਂ ਇੱਕ ਕਸਟਮਰ ਨੇ ਕੋਈ ਪ੍ਰੋਡਕਟ ਪਰਚੇਜ਼ ਕਰ ਲਿਆ। ਇਹਦੇ ਵਿੱਚ ਅਸੀਂ ਕਹੀਏ ਤਾਂ ਪ੍ਰੋਡਕਟ ਆ ਸਕਦਾ ਹੈ, ਪ੍ਰੋਡਕਟ ਨੇ ਪਰਚੇਜ਼ ਕੀਤਾ ਕਸਟਮਰ ਨੇ, ਉਸ ਤੋਂ ਬਾਅਦ ਉਸਦੇ ਘਰ ਤੱਕ ਪਹੁੰਚਾਉਣ ਦੀ, ਇੰਸਟਾਲੇਸ਼ਨ ਕਰਨ ਦੀ, ਆਨਲਾਈਨ ਸਪੋਰਟ ਦੀ, ਔਨ ਸਾਈਟ ਸਪੋਰਟ ਦੀ, ਅਲੱਗ-ਅਲੱਗ ਤਰ੍ਹਾਂ ਦੀ ਜੋ ਸਰਵਿਸ ਦਿੱਤੀ ਜਾਂਦੀ ਹੈ ਉਸ ਨੂੰ ਆਖਦੇ ਹਨ ਆਫਟਰ ਸੇਲ ਸਰਵਿਸ। ਇਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਇਹਦੇ ਬਾਰੇ ਗੱਲ ਕਰੀਏ ਤਾਂ ਟਾਈਪਸ ਆਫ ਪੋਸਟ ਸੇਲ ਸਰਵਿਸ ਸਪੋਰਟ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਆਨਲਾਈਨ ਔਰ ਟੈਕਨੀਕਲ ਸਪੋਰਟ ਐਂਡ ਹੈਲਪ ਡੈਸਕ। ਇਟ ਇਨਕਲੂਡਸ ਅਸਿਸਟੈਂਸ ਵਿਦ ਟੈਕਨੋਲੋਜੀ ਮਰਚੈਂਡਾਈਜ਼ ਸਚ ਐਜ਼ PC, software product, mobile phone, television sets and most electrical or mechanical product। ਇਸ ਦੇ ਵਿੱਚ ਆ ਜਾਂਦੇ ਹਨ ਜੋ ਇਲੈਕਟ੍ਰੀਕਲ ਔਰ ਮਕੈਨੀਕਲ ਪ੍ਰੋਡਕਟਸ ਹੁੰਦੇ ਹਨ, ਉਹਨਾਂ ਨੂੰ ਇੰਸਟਾਲ ਕਰਨ ਦੀ। ਸੌਫਟਵੇਅਰ ਅਸੀਂ ਪਰਚੇਜ਼ ਕੀਤਾ, ਸੌਫਟਵੇਅਰ ਨੂੰ ਵਿੱਚ ਕੋਈ ਪ੍ਰੋਬਲਮ ਆਈ ਉਹਦੇ ਬਾਰੇ, ਮੋਬਾਈਲ ਫੋਨ ਪਰਚੇਜ਼ ਕੀਤਾ ਉਹਦੇ ਬਾਰੇ, ਜਾਂ ਟੈਲੀਵਿਜ਼ਨ ਸੈਟ ਅਸੀਂ ਕੋਈ ਪਰਚੇਜ਼ ਕੀਤਾ ਉਹਦੇ ਬਾਰੇ, ਜੋ ਆਨਲਾਈਨ ਔਰ ਟੈਕਨੀਕਲ ਸਪੋਰਟ ਹੁੰਦੀ ਹੈ। ਇਸ ਦੇ ਵਿੱਚ ਕੀ ਹੁੰਦਾ ਹੈ, ਜੋ ਗਾਹਕ ਆਪਣੇ ਘਰ ਬੈਠਾ ਹੋਇਆ ਹੁੰਦਾ ਹੈ ਤੇ ਆਨਲਾਈਨ ਦੇ ਰਾਹੀਂ ਹੀ ਉਹਦਾ ਪ੍ਰੋਡਕਟ ਦਾ ਸੋਲੂਸ਼ਨ ਕੀਤਾ ਜਾਂਦਾ ਹੈ, ਉਸ ਨੂੰ ਆਖਦੇ ਹਨ ਆਨਲਾਈਨ ਔਰ ਟੈਕਨੀਕਲ ਸਪੋਰਟ ਫॉर ਕਸਟਮਰ ਐਂਡ ਹੈਲਪ ਡੈਸਕ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਔਨ ਸਾਈਟ ਔਰ ਕਸਟਮਰ ਸਪੋਰਟ। ਇਸ ਦੇ ਬਾਰੇ ਗੱਲ ਕਰੀਏ ਤਾਂ ਔਨ ਸਾਈਟ ਔਰ ਕਸਟਮਰ ਸਪੋਰਟ ਇਨਕਲੂਡ ਸਰਵਿਸ that help the customers with products in the store, mall, extra at the time of sale। ਜਦੋਂ ਕਸਟਮਰ ਨੇ ਕੋਈ ਪ੍ਰੋਡਕਟ ਪਰਚੇਜ਼ ਕਰ ਲਿਆ, ਉਸ ਤੋਂ ਬਾਅਦ ਜੋ ਉਹਨੂੰ ਔਨ ਸਾਈਟ ਉਸੇ ਟਾਈਮ ਤੇ ਮਾਲ ਦੇ ਵਿੱਚ ਜਾਂ ਫਿਰ ਸਟੋਰ ਦੇ ਉੱਪਰ ਹੀ ਜੋ ਸਰਵਿਸ ਦਿੱਤੀ ਜਾਂਦੀ ਹੈ ਉਸ ਨੂੰ ਆਖਦੇ ਹਨ ਔਨ ਸਾਈਟ ਔਰ ਕਸਟਮਰ ਸਪੋਰਟ। ਇਸ ਦੇ ਵਿੱਚ ਗਾਹਕ ਨੇ ਜੋ ਪ੍ਰੋਡਕਟ ਪਰਚੇਜ਼ ਕੀਤਾ ਉਸ ਤੋਂ ਬਾਅਦ ਉਹਦੀ ਹੈਲਪ ਕੀਤੀ ਜਾਂਦੀ ਹੈ ਪ੍ਰੋਡਕਟ ਨੂੰ ਸਮਝਣ ਦੇ ਵਿੱਚ, ਉਸ ਦੇ ਟ੍ਰੇਨਿੰਗ ਲੈਣ ਦੇ ਵਿੱਚ, ਉਸ ਦੇ ਬਾਰੇ ਸਾਰੀ ਚੀਜ਼ਾਂ ਇਨਫੋਰਮ ਕਰਨ ਦੇ ਵਿੱਚ। ਨੈਕਸਟ ਹੈ ਸਾਡੇ ਕੋਲ ਕਸਟਮਰ ਟ੍ਰੇਨਿੰਗ। ਇਟ ਰੈਫਰਸ ਟੂ ਪ੍ਰੋਵਾਈਡਿੰਗ ਇਨਫੋਰਮੇਸ਼ਨ ਟੂ ਦਾ ਕਸਟਮਰ ਰਿਗਾਰਡਿੰਗ ਦਾ ਨੌਲੇਜ, skills and competency required to use the product। ਇਸ ਦੇ ਵਿੱਚ ਇੱਕ ਕਸਟਮਰ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਪ੍ਰੋਡਕਟ ਨੂੰ ਚਲਾਉਣ ਦੇ ਬਾਰੇ, ਕਿਹੜੀ ਸਕਿੱਲ ਦੀ ਜ਼ਰੂਰਤ ਹੈ, ਕਿਹੜੀ ਨੌਲੇਜ ਚਾਹੀਦੀ ਹੈ ਉਸ ਨੂੰ, ਤੇ ਕੰਪੀਟੈਂਸੀਜ਼ ਕਿਹੜੀ ਚਾਹੀਦੇ ਜਿਹਦੇ ਨਾਲ ਇੱਕ ਪ੍ਰੋਡਕਟ ਨੂੰ ਅਸੀਂ ਪ੍ਰੋਪਰ ਵੇ ਨਾਲ ਚਲਾ ਸਕਦੇ ਹਾਂ। ਤੁਸੀਂ ਦੇਖਿਆ ਹੋਣਾ ਜਦੋਂ ਤੁਸੀਂ ਕੋਈ ਪ੍ਰੋਡਕਟ ਪਰਚੇਜ਼ ਕਰਦੇ ਹੋ, ਕਈ ਵਾਰ ਤੁਹਾਡੇ ਘਰ ਕੋਈ ਸੇਲਜ਼ ਐਗਜ਼ੀਕਿਊਟਿਵ ਆਉਂਦਾ ਹੈ ਜੋ ਤੁਹਾਨੂੰ ਪ੍ਰੋਡਕਟ ਦੀ ਨੌਲੇਜ ਦਿੰਦਾ ਹੈ, ਪ੍ਰੋਡਕਟ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ, ਇਹਦੇ ਫਾਇਦੇ ਕਿਹੜੇ ਹਨ, ਇਹਨੂੰ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਚਲਾਉਣ ਦੇ ਲਈ, ਉਹ ਸਾਰੀਆਂ ਚੀਜ਼ਾਂ ਜੋ ਤੁਹਾਨੂੰ ਦੱਸੀਆਂ ਜਾਂਦੀਆਂ ਹਨ ਉਸ ਦੇ ਵਿੱਚ ਆਉਂਦਾ ਹੈ ਕਸਟਮਰ ਟ੍ਰੇਨਿੰਗ ਦੇ ਵਿੱਚ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਸਟਮਰ ਡਾਟਾ ਦੀ। ਕਸਟਮਰ ਡਾਟਾ ਇਜ਼ ਇਨਫੋਰਮੇਸ਼ਨ ਹੈਲਡ ਔਨ ਫਾਈਲ ਅਬਾਊਟ ਕਸਟਮਰ ਬਾਈ ਏ ਸਟੋਰ ਔਰ ਅਦਰ ਬਿਜ਼ਨਸ। ਕਿਸੇ ਵੀ ਸਟੋਰ ਦੇ ਦੁਆਰਾ, ਕਿਸੇ ਵੀ ਬਿਜ਼ਨਸ ਦੇ ਦੁਆਰਾ ਕਸਟਮਰ ਦੀ ਇਨਫੋਰਮੇਸ਼ਨ ਇੱਕ ਫਾਈਲ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ। ਇਹਦੇ ਵਿੱਚ ਕੀ ਆਉਂਦਾ ਹੈ, ਇਹਦੇ ਵਿੱਚ ਨੇਮ ਆ ਜਾਂਦਾ ਹੈ ਬੰਦੇ ਦਾ, ਕਸਟਮਰ ਨੇਮ ਆ ਜਾਂਦਾ ਹੈ, ਕੰਟੈਕਟ ਡਿਟੇਲ ਆ ਜਾਂਦੀ ਹੈ, ਉਹਦੇ ਬਾਇੰਗ ਹੈਬਿਟਸ ਕਿਹੜੇ ਨੇ, ਇਹ ਸਾਰੀ ਚੀਜ਼ਾਂ ਦੀ ਜ਼ਰੂਰਤ ਉਸ ਫਾਈਲ ਦੇ ਵਿੱਚ ਲੱਗੀ ਹੁੰਦੀ ਹੈ। ਕਸਟਮਰ ਡਾਟਾ ਆਰ ਦਾ ਫਸਟ ਹੈਂਡ ਰਿਸਪੌਂਸ that are obtained from customer through investigation or by asking the right question। ਕਸਟਮਰ ਦਾ ਡਾਟਾ ਕਿੱਥੋਂ ਲਿਆ ਜਾਂਦਾ ਹੈ? ਕਸਟਮਰ ਦਾ ਡਾਟਾ ਲਿਆ ਜਾਂਦਾ ਹੈ ਉਹਨੂੰ ਡਾਇਰੈਕਟ ਕੁਐਸਚਨ ਕਰਕੇ, ਜਾਂ ਇੱਕ ਸਰਵੇ ਕੀਤਾ ਜਾਂਦਾ ਹੈ ਜਿਸ ਦੇ ਨਾਲ ਕਸਟਮਰ ਦੇ ਬਾਰੇ ਪਤਾ ਚੱਲਦਾ ਹੈ ਉਸਨੂੰ ਕਿਹੜੇ ਪ੍ਰੋਡਕਟ ਚਾਹੀਦੇ ਹਨ, ਉਸਦੀ ਨੀਡ ਕੀ ਹੈ, ਉਸਨੂੰ ਬਾਇੰਗ ਹੈਬਿਟਸ ਕੀ ਹੈ, ਉਸਦਾ ਬਜਟ ਕੀ ਹੈ। ਇਹ ਸਾਰੀ ਚੀਜ਼ਾਂ ਜਦੋਂ ਅਸੀਂ ਇਕੱਠੀਆਂ ਕਰਦੇ ਹਾਂ ਤਾਂ ਇਹ ਇੱਕ ਕਸਟਮਰ ਡਾਟਾ ਬਣ ਜਾਂਦਾ ਹੈ, ਜਿਸ ਦੇ ਵਿੱਚ ਕਸਟਮਰ ਦਾ ਪੂਰਾ ਡਾਟਾ ਇੱਕ ਫਾਈਲ ਦੇ ਰੂਪ ਦੇ ਵਿੱਚ ਇੱਕ ਸਟੋਰ ਦੇ ਕੋਲ ਜਾਂ ਇੱਕ ਬਿਜ਼ਨਸ ਦੇ ਮੈਨ ਦੇ ਕੋਲ ਹੁੰਦਾ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਲੈਕਟਿੰਗ ਐਂਡ ਸਟੋਰਿੰਗ ਕਸਟਮਰ ਇਨਫੋਰਮੇਸ਼ਨ। ਅਸੀਂ ਕਲੈਕਟ ਕਿੱਦਾਂ ਕਰ ਸਕਦੇ ਹਾਂ ਤੇ ਉਹਨੂੰ ਸਟੋਰ ਕਿਸ ਤਰ੍ਹਾਂ ਕਰ ਸਕਦੇ ਹਾਂ। Collecting and storing information about customer is essential for retailer to tailor customer service program and grow the business। ਸਭ ਤੋਂ ਜ਼ਰੂਰੀ ਗੱਲ
ਕਸਟਮਰ ਦਾ ਡਾਟਾ ਨੂੰ ਸਟੋਰ ਕਰਨਾ ਤੇ ਕਸਟਮਰ ਦੇ ਬਾਰੇ ਜਾਣਨਾ ਇਹ ਕਿਸੇ ਵੀ ਸਟੋਰ ਦੇ ਲਈ, ਕਿਸੇ ਵੀ ਰਿਟੇਲਰ ਦੇ ਲਈ, ਕਿਸੇ ਵੀ ਬਿਜ਼ਨਸ ਦੇ ਲਈ ਬਹੁਤ ਜ਼ਰੂਰੀ ਤੱਤ ਹੈ। ਜਿੰਨੀ ਦੇਰ ਤੱਕ ਕਿਸੇ ਬਿਜ਼ਨਸ ਨੂੰ ਇਹ ਨਹੀਂ ਪਤਾ ਹੋਏਗਾ ਕਿ ਉਹਦੇ ਕਸਟਮਰ ਕੀ ਹਨ, ਉਹ ਕੀ ਚਾਹੁੰਦੇ ਹਨ, ਉਹਨਾਂ ਦਾ ਬਜਟ ਕੀ ਹੈ ਤੇ ਉਹ ਕਦੋਂ ਆਉਣਗੇ, ਕਦੋਂ ਜਾਣਗੇ, ਇਸ ਦੇ ਬਾਰੇ ਨਹੀਂ ਪਤਾ ਹੋਏਗਾ ਤਾਂ ਉਹ ਆਪਣੇ ਬਿਜ਼ਨਸ ਨੂੰ ਕਦੇ ਵੀ ਵਧਾ ਨਹੀਂ ਸਕਦਾ। ਇਸ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਬਿਜ਼ਨਸ ਨੂੰ ਵਧਾਉਣ ਦੇ ਲਈ ਕਸਟਮਰ ਦਾ ਡਾਟਾ ਕਲੈਕਟ ਕਰਨਾ ਤੇ ਉਹਨੂੰ ਸਟੋਰ ਕਰਨਾ। When collecting information about the customer, the sales associate should try to find out what they are buying and how often they are buying। ਜੋ ਕਸਟਮਰ ਦੀ ਇਨਫੋਰਮੇਸ਼ਨ ਕਲੈਕਟ ਕੀਤੀ ਜਾਂਦੀ ਹੈ ਤਾਂ ਸੇਲਸ ਐਸੋਸੀਏਟ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਉਹ ਕਦੋਂ ਵਸਤੂ ਪਰਚੇਜ਼ ਕਰਨਗੇ, ਕਿੰਨੀ ਵਸਤੂ ਪਰਚੇਜ਼ ਕਰਨਗੇ ਤੇ ਉਹ ਕਿੰਨੀ ਵਾਰ ਵਸਤੂ ਪਰਚੇਜ਼ ਕਰਨਗੇ। ਇੱਕ ਵਾਰ ਉਹਨਾਂ ਨੇ ਵਸਤੂ ਪਰਚੇਜ਼ ਕਰ ਲਈ ਤਾਂ ਉਸ ਤੋਂ ਕਿੰਨੀ ਦੇਰ ਬਾਅਦ ਉਹ ਵਸਤੂ ਪਰਚੇਜ਼ ਕਰਨਗੇ। ਇਸ ਤੋਂ ਬਾਅਦ ਹੈ ਸਾਡੇ ਕੋਲ ways to collect information। ਅਸੀਂ ਕਿਹੜੇ ਤਰੀਕਿਆਂ ਨਾਲ ਕੋਈ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਹਾਂ ਕਸਟਮਰ ਦੀ। ਆਰਡਰ ਫਾਰਮ ਫਸਟ ਹੈ ਆਰਡਰ ਫਾਰਮ। Order form let the customer order a specific product or service that the business is unable to supply immediately and are a good way to collect customer information। ਜਦੋਂ ਕੋਈ ਵੀ ਬਿਜ਼ਨਸ ਇਮੀਡੀਏਟਲੀ ਪ੍ਰੋਡਕਟ ਅਵੇਲੇਬਲ ਨਹੀਂ ਹੈ ਤੇ ਉਹ ਕਸਟਮਰ ਨੂੰ ਚਾਹੀਦਾ ਹੈ ਤਾਂ ਉਹ ਕਸਟਮਰ ਦੇ ਕੋਲੋਂ ਆਰਡਰ ਫਾਰਮ ਫਿਲ ਕਰਾ ਸਕਦੇ ਹਨ। ਆਰਡਰ ਫਿਲ ਦੇ ਉੱਪਰ ਉਹ ਕਸਟਮਰ ਦੀ ਡਿਟੇਲ ਲੈ ਸਕਦੇ ਹਨ ਤੇ ਡਿਟੇਲ ਲੈਣ ਤੋਂ ਬਾਅਦ ਉਹ ਕਸਟਮਰ ਨੂੰ ਕੰਟੈਕਟ ਕਰ ਸਕਦੇ ਹਨ ਜਦੋਂ ਉਹਨਾਂ ਕੋਲ ਪ੍ਰੋਡਕਟ ਅਵੇਲੇਬਲ ਹੋਏਗਾ। ਇਹ ਸਭ ਤੋਂ ਵਧੀਆ ਤਰੀਕਾ ਹੈ ਜਿਸ ਦੇ ਨਾਲ ਸਾਨੂੰ ਕਸਟਮਰ ਦੇ ਬਾਰੇ ਵੀ ਪਤਾ ਚੱਲੇਗਾ, ਉਹਦੀ ਰਿਕੁਆਇਰਮੈਂਟ ਦੇ ਬਾਰੇ ਵੀ ਪਤਾ ਚੱਲੇਗਾ, ਉਹਦੇ ਐਡਰੈਸ ਦੇ ਬਾਰੇ ਵੀ ਪਤਾ ਚੱਲੇਗਾ, ਉਹਦੀ ਬਾਇੰਗ ਹੈਬਿਟਸ ਦੇ ਬਾਰੇ ਵੀ ਪਤਾ ਚੱਲੇਗਾ। ਨੈਕਸਟ ਹੈ ਸਾਡੇ ਕੋਲ ਇਨਕੁਆਇਰੀਜ਼। Such business practices help to record the detail of any customer inquiries to follow up with them। ਕਈ ਵਾਰ ਕਸਟਮਰ ਦੇ ਕੁਝ ਕੁਆਰੀਜ਼ ਹੁੰਦੀਆਂ ਹਨ, ਅਸੀਂ ਉਹਨਾਂ ਦੀ ਡਿਟੇਲ ਲੈ ਸਕਦੇ ਹਾਂ। ਉਹ ਡਿਟੇਲ ਲੈਣ ਤੋਂ ਬਾਅਦ ਅਸੀਂ ਉਹਨਾਂ ਨਾਲ ਫੋਲੋ ਅਪ ਦੇ ਤੌਰ ਤੇ ਮਿਲ ਸਕਦੇ ਹਾਂ ਅਤੇ ਉਹਨਾਂ ਦੀ ਇਨਕੁਆਰੀ ਸੋਲਵ ਕਰ ਸਕਦੇ ਹਾਂ। ਇਸ ਦੇ ਵਿੱਚ ਜਦੋਂ ਇਨਕੁਆਰੀਜ਼ ਕਸਟਮਰ ਦੀਆਂ ਆਉਂਦੀਆਂ ਹਨ ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਉਹਨਾਂ ਦਾ ਡਿਟੇਲ ਲੈਂਦੇ ਹਾਂ, ਉਹਨਾਂ ਨੂੰ ਜਾ ਕੇ ਮਿਲਦੇ ਹਾਂ ਜਾਂ ਉਹਨਾਂ ਨਾਲ ਕੰਟੈਕਟ ਕਰਦੇ ਹਾਂ ਫੋਨ ਦੇ ਉੱਪਰ ਜਾਂ ਮੋਬਾਈਲ ਦੇ ਉੱਪਰ, ਤਾਂ ਇਹ ਵੀ ਸਾਡੇ ਲਈ ਇੱਕ ਕਸਟਮਰ ਦਾ ਡਾਟਾ ਬਣ ਜਾਂਦਾ ਹੈ। ਇਸ ਤੋਂ ਬਾਅਦ ਹੈ ਸਾਡੇ ਲਈ ਰਿਕਾਰਡਿੰਗ ਕੰਪਲੇਂਟਸ। ਕਸਟਮਰ ਕਈ ਵਾਰ ਆਪਣੇ ਕੰਪਲੇਂਟਸ ਰਿਕਾਰਡ ਕਰਦੇ ਹਨ, ਉਹਨਾਂ ਦੇ ਬਾਰੇ ਦੇਖਦੇ ਹਾਂ। ਕਸਟਮਰ ਕੰਪਲੇਂਟਸ ਕੈਨ ਬੀ ਯੂਜ਼ਡ ਐਜ਼ ਏ ਵੇ ਟੂ ਕਲੈਕਟ ਕਸਟਮਰ ਇਨਫੋਰਮੇਸ਼ਨ। ਜਦੋਂ ਕਸਟਮਰ ਆਪਣੀ ਕੰਪਲੇਂਟ ਕਰਦਾ ਹੈ ਤਾਂ ਉਹ ਆਪਣੀ ਪ੍ਰੋਬਲਮ ਨੂੰ ਰਿਜ਼ੋਲਵ ਕਰਨਾ ਚਾਹੁੰਦਾ ਹੈ, ਤਾਂ ਰਿਜ਼ੋਲਵ ਕਰਾਉਣ ਦੇ ਲਈ ਉਹ ਆਪਣੀ ਕਸਟਮਰ ਡਿਟੇਲ ਦੇ ਦਿੰਦਾ ਹੈ। ਕਸਟਮਰ ਡਿਟੇਲ ਲੈਣ ਤੋਂ ਬਾਅਦ ਉਹ ਵੀ ਸਾਡੇ ਲਈ ਇੱਕ ਰਿਕਾਰਡ ਬਣ ਜਾਂਦਾ ਹੈ, ਇਹ ਵੀ ਸਾਡੇ ਲਈ ਇੱਕ ਤਰੀਕਾ ਬਣ ਜਾਂਦਾ ਹੈ ਜਿਹਦੇ ਨਾਲ ਕਸਟਮਰ ਦੀ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਹਾਂ। ਵਾਰੰਟੀ ਕਾਰਡਸ। ਇਫ ਦਾ ਬਿਜ਼ਨਸ ਹੈਜ਼ ਏ ਪ੍ਰੋਡਕਟ and services that come with the warranty or warranty cards can be used to collect and store the customer's information। ਕਈ ਵਾਰ ਕਸਟਮਰ ਆਪਣੇ ਪ੍ਰੋਡਕਟ ਪਰਚੇਜ਼ ਕਰਦੇ ਹਨ, ਉਹਨਾਂ ਨੂੰ ਉਹਨਾਂ ਦੇ ਨਾਲ ਪ੍ਰੋਡਕਟ ਦੇ ਨਾਲ ਵਾਰੰਟੀ ਕਾਰਡ ਜਾਂ ਵਾਰੰਟੀ ਮਿਲਦੀ ਹੈ ਤਾਂ ਉਹਨਾਂ ਦੇ ਨਾਲ ਵੀ ਅਸੀਂ ਉਹਨਾਂ ਦੀ ਡਿਟੇਲ ਕਲੈਕਟ ਕਰ ਸਕਦੇ ਹਾਂ। ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ। ਕਈ ਵਾਰ ਅਸੀਂ ਪ੍ਰੋਡਕਟ ਦੇ ਲਈ ਤੌਰ ਤੇ ਅਸੀਂ ਕੋਈ ਸਕੂਟਰ, ਮੋਟਰਸਾਈਕਲ ਜਾਂ ਕਾਰ ਪਰਚੇਜ਼ ਕਰਦੇ ਹਾਂ ਤਾਂ ਸਾਨੂੰ ਉਹਨਾਂ ਦੇ ਲਈ 1 ਸਾਲ ਦੇ ਲਈ ਸਰਵਿਸ ਫ੍ਰੀ ਮਿਲਦੀਆਂ ਹਨ, ਤਾਂ ਉਸ ਤੋਂ ਬਾਅਦ ਉਹ ਸਰਵਿਸ ਪੇਡ ਹੋ ਜਾਂਦੀਆਂ ਹਨ। ਉਹ ਪੇਡ ਸਰਵਿਸ ਜਦੋਂ ਹੁੰਦੀਆਂ ਹਨ ਤਾਂ ਉਹ ਕਸਟਮਰ ਦਾ ਡਾਟਾ ਬਣ ਜਾਂਦਾ ਹੈ ਉਹ ਏਜੰਸੀ ਦੇ ਲਈ, ਉਸ ਕੰਪਨੀ ਦੇ ਲਈ ਇੱਕ ਇਨਫੋਰਮੇਸ਼ਨ। ਉਹ ਕਿੱਥੋਂ ਕਲੈਕਟ ਕਰਦੇ ਹਨ, ਉਹ ਸਾਡੇ ਜੋ ਕਾਰਡ ਗਿਆ ਜਾਂਦਾ ਹੈ ਸਾਡਾ ਉਹਨਾਂ ਤੋਂ ਉਹ ਕਲੈਕਟ ਇਨਫੋਰਮੇਸ਼ਨ ਕਰਕੇ ਫਿਰ ਸਾਨੂੰ ਫੋਨ ਕਰਦੇ ਹਨ, ਸਰ ਤੁਹਾਡੀ ਇੰਨੀ ਤਰੀਕ ਨੂੰ ਸਰਵਿਸ ਡਿਊ ਹੈ ਤੇ ਤੁਸੀਂ ਸਰਵਿਸ ਕਰਵਾਉਣ ਆ ਸਕਦੇ ਹੋ। ਇਹ ਇੱਕ ਤਰੀਕਾ ਹੁੰਦਾ ਹੈ ਕਸਟਮਰ ਦੇ ਡਾਟਾ ਕਲੈਕਟ ਕਰਨ ਦਾ, ਵਾਰੰਟੀ ਕਾਰਡ। ਇਸ ਤੋਂ ਬਾਅਦ ਹੈ ਸਾਡੇ ਕੋਲ customer satisfaction survey। To collect the information on customer satisfaction, survey card can be used where the customer rates। ਇਹਦੇ ਲਈ ਤੁਸੀਂ ਦੇਖਿਆ ਹੋਣਾ ਜਦੋਂ ਤੁਸੀਂ ਪ੍ਰੋਡਕਟ ਪਰਚੇਜ਼ ਕਰਦੇ ਹੋ ਤਾਂ ਤੁਹਾਨੂੰ ਸਟਾਰ ਦਿੱਤੇ ਜਾਂਦੇ ਹਨ। ਸਭ ਤੋਂ ਵਧੀਆ ਜੋ ਲੱਗੀ ਤੁਹਾਨੂੰ ਸਰਵਿਸ ਉਹਦੇ ਲਈ 5 ਸਟਾਰ, ਸਭ ਤੋਂ ਘੱਟ ਸਰਵਿਸ ਵਧੀਆ ਲੱਗੀ ਉਹਦੇ ਲਈ 1 ਸਟਾਰ। ਉਹ ਜਦੋਂ ਅਸੀਂ ਸਟਾਰ ਦਿੰਦੇ ਆ ਉਹਦੇ ਉੱਪਰ ਅਸੀਂ ਆਪਣਾ ਡਾਟਾ ਫਿਲ ਕਰਦੇ ਹਾਂ। ਜਦੋਂ ਅਸੀਂ ਉਹਦੇ ਤੇ ਡਾਟਾ ਫਿਲ ਕਰਦੇ ਹਾਂ ਤਾਂ ਉਹ ਵੀ ਇੱਕ ਕਸਟਮਰ ਦਾ ਸਰਵੇ ਡਾਟਾ ਹੋ ਜਾਂਦਾ ਹੈ। ਉਹ ਵੀ ਇੱਕ ਤਰੀਕਾ ਬਣ ਜਾਂਦਾ ਜਿਹਦੇ ਨਾਲ ਕਸਟਮਰ ਦਾ ਡਾਟਾ ਕਲੈਕਟ ਕੀਤਾ ਜਾਂਦਾ ਹੈ। ਨੈਕਸਟ ਆ ਗਿਆ ਫੀਡਬੈਕ। ਫੀਡਬੈਕ ਕਾਰਡਸ ਕੈਨ ਆਲਸੋ ਬੀ ਯੂਜ਼ਡ ਟੂ ਕਲੈਕਟ ਇਨਫੋਰਮੇਸ਼ਨ। ਫੀਡਬੈਕ ਕਾਰਡਸ ਦੇ ਰਾਹੀਂ ਵੀ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਹਾਂ। ਕਸਟਮਰ ਸਾਡਾ ਪ੍ਰੋਡਕਟ ਕਿਸ ਤਰ੍ਹਾਂ ਲੱਗਾ ਅਸੀਂ ਉਹਨਾਂ ਨੂੰ ਕਾਲ ਕਰ ਸਕਦੇ ਹਾਂ, ਉਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਹਾਂ। ਨੈਕਸਟ ਹੈ ਇਹਦੇ ਵਿੱਚ ਕੰਪਨੀ ਵੈਬਸਾਈਟ। ਇਹ ਕੰਪਨੀ ਵੈਬਸਾਈਟ ਕੈਨ ਬੀ ਯੂਜ਼ਡ ਟੂ ਕਲੈਕਟ ਇਨਫੋਰਮੇਸ਼ਨ ਥਰੂ ਏ ਕੰਟੈਕਟ ਅਸ from a general inquiries or by allowing customer to sign up to a mailing list। ਤੁਸੀਂ ਦੇਖੋ ਜਦੋਂ ਤੁਹਾਡੀ ਕੰਪਲੇਂਟ ਆਉਂਦੀ ਹੈ ਤਾਂ ਅਸੀਂ ਕੀ ਕਰਦੇ ਹਾਂ, ਵੈਬਸਾਈਟ ਤੇ ਜਾਂਦੇ ਹਾਂ। ਵੈਬਸਾਈਟ ਤੇ ਜਾਣ ਤੋਂ ਬਾਅਦ ਅਸੀਂ ਕਸਟਮਰ ਦੇ ਤੌਰ ਤੇ ਐਜ਼ ਏ
ਕੰਟੈਕਟ ਅਸ ਦੇ ਵਿੱਚ ਆਪਣੀ ਡਿਟੇਲ ਫਿਲ ਕਰਦੇ ਹਾਂ, ਆਪਣਾ ਨਾਮ, ਆਪਣਾ ਕੰਟੈਕਟ ਨੰਬਰ, ਆਪਣਾ ਐਡਰੈਸ ਤੇ ਸਾਡੀ ਇਨਕੁਆਇਰੀ ਕੀ ਹੈ, ਤਾਂ ਉਹ ਵੀ ਇੱਕ ਡਾਟਾ ਬਣ ਜਾਂਦਾ ਹੈ ਕੰਪਨੀ ਦੇ ਲਈ, ਆਫਿਸ ਦੇ ਲਈ ਜਾਂ ਰਿਟੇਲਰ ਦੇ ਲਈ। ਇਹ ਸਾਡਾ ਕਸਟਮਰ ਹੈ, ਇਸ ਨੇ ਸਾਡੇ ਕੋਲ ਇਹ ਪ੍ਰੋਡਕਟ ਤੋਂ ਪਰਚੇਸ ਕੀਤੀ ਹੈ, ਇਸ ਵਕਤ ਇਸ ਨੂੰ ਇਸ ਦੀ ਜ਼ਰੂਰਤ ਹੈ, ਤਾਂ ਅਸੀਂ ਇਸ ਨੂੰ ਇਹ ਪ੍ਰੋਡਕਟ ਸੇਲ ਕਰ ਸਕਦੇ ਹਾਂ। ਇਹ ਵੀ ਇੱਕ ਡਾਟਾ ਸਾਡਾ ਕਸਟਮਰ ਦਾ ਬਣ ਜਾਂਦਾ ਹੈ ਰਿਟੇਲਰ ਸਟੋਰ ਦੇ ਲਈ। ਨੈਕਸਟ ਹੈ ਸਟੋਰਿੰਗ ਕਸਟਮਰ ਇਨਫੋਰਮੇਸ਼ਨ। ਕਸਟਮਰ ਇਨਫੋਰਮੇਸ਼ਨ ਇਜ਼ ਕੌਨਫੀਡੈਂਸ਼ੀਅਲ ਐਂਡ ਮਸਟ ਬੀ ਸਟੋਰਡ ਸਿਕਿਉਰਲੀ। ਕਸਟਮਰ ਦੀ ਜੋ ਇਨਫੋਰਮੇਸ਼ਨ ਹੁੰਦੀ ਹੈ ਉਹ ਬਹੁਤ ਜ਼ਿਆਦਾ ਕੌਨਫੀਡੈਂਸ਼ੀਅਲ ਹੁੰਦੀ ਹੈ। ਅਸੀਂ ਕਿਸੇ ਨਾਲ ਆਪਣੇ ਕਸਟਮਰ ਦੀ ਡਿਟੇਲ ਸ਼ੇਅਰ ਨਹੀਂ ਕਰ ਸਕਦੇ ਤੇ ਉਸ ਨੂੰ ਸਟੋਰ ਜੋ ਕਰਨਾ ਹੈ ਬਹੁਤ ਸਹੀ ਤਰੀਕੇ ਨਾਲ ਕਰਨਾ, ਜਿਸ ਦੇ ਨਾਲ ਉਹ ਕੋਈ ਚੋਰੀ ਨਾ ਹੋ ਸਕੇ। A simple way to store customer information is to use an electronic spreadsheet। ਬਹੁਤ ਵਧੀਆ ਤਰੀਕਾ ਹੈ ਜਿਸ ਦੇ ਨਾਲ ਅਸੀਂ ਆਪਣੇ ਕਸਟਮਰ ਦੀ ਡਾਟਾ ਸਟੋਰ ਕਰ ਸਕਦੇ ਹਾਂ, ਉਸ ਨੂੰ ਆਖਦੇ ਹਨ ਸਪਰੈਡਸ਼ੀਟ। ਸਪਰੈਡਸ਼ੀਟ ਨੂੰ ਜੇ ਅਸੀਂ ਜਨਰਲ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਅਸੀਂ ਐਕਸਲ ਕਰਦੇ ਹਾਂ। ਐਕਸਲ ਦੇ ਵਿੱਚ ਅਸੀਂ ਕਿਸੇ ਵੀ ਕਸਟਮਰ ਦੀ ਇਨਫੋਰਮੇਸ਼ਨ ਸਟੋਰ ਕਰ ਸਕਦੇ ਹਾਂ। ਇਫ देयर इज डिटेल ਇਨਫੋਰਮੇਸ਼ਨ ਇਹ CRM ਡਾਟਾਬੇਸ ਮਾਈਟ ਬੀ ਮੋਰ ਸੁਟੇਬਲ। ਜੇ ਸਾਡੇ ਕੋਲ ਕਸਟਮਰ ਦੀ ਕੋਈ ਪੂਰੀ ਡਿਟੇਲ ਹੈ ਤਾਂ CRM ਦੇ ਵਿੱਚ ਵੀ ਅਸੀਂ ਕਸਟਮਰ ਦੀ ਡਿਟੇਲ ਫਿਲ ਕਰ ਸਕਦੇ ਹਾਂ। ਇਸ ਤੋਂ ਬਾਅਦ ਹੈ ਸਾਡੇ ਕੋਲ ਸਟੋਰਿੰਗ ਕਸਟਮਰ ਇਨਫੋਰਮੇਸ਼ਨ। ਸਟੈਪਸ ਫॉर ਇਨਫੋਰਮੇਸ਼ਨ ਇਜ਼ ਆਲਵੇਜ਼ ਸੇਫ ਐਂਡ ਸਿਕਿਉਰ। ਕਿਹੜੇ ਸਟੈਪ ਸਾਨੂੰ ਲੈਣੇ ਚਾਹੀਦੇ ਆ ਆਪਣੀ ਇਨਫੋਰਮੇਸ਼ਨ ਸਿਕਿਉਰ ਰੱਖਣ ਦੇ ਲਈ? IT ਸਿਸਟਮ ਐਂਟੀਵਾਇਰਸ ਐਂਡ ਫਾਇਰਵਾਲ ਪ੍ਰੋਟੈਕਸ਼ਨ ਸਾਨੂੰ ਲੈਣੀ ਚਾਹੀਦੀ ਹੈ। ਸਟਾਫ ਸ਼ੁੱਡ ਬੀ ਐਜੂਕੇਟਡ, ਸਾਰਾ ਸਟਾਫ ਪੂਰੀ ਤਰ੍ਹਾਂ ਜਾਗਰੂਕ ਹੋਣਾ ਚਾਹੀਦਾ ਹੈ। ਰਿਮੂਵਲ ਆਫ ਸੈਂਸਿਟਿਵ ਕਸਟਮਰ ਡਾਟਾ ਔਨ ਰਿਮੂਵਲ ਮੀਡੀਆ ਸੱਚ ਐਜ਼ USB। ਸਾਨੂੰ ਕਸਟਮਰ ਦੀ ਕੋਈ ਵੀ USB ਜਾਂ ਹੋਰ ਕੋਈ ਚੀਜ਼ ਇਦਾਂ ਦੀ डिसेबल करनी चाहिए अपने सिस्टम तो। बैकअप ऑफ कस्टमर डाटा आर विटाल टू कैरी आउट कस्टमर का डाटा सानू हर बार उसका बैकअप रखना चाहिए है। मोबाइल डिवाइसेस सच एज स्मार्टफोन्स एंड टैबलेट PC शुड बी यूज सिक्योर कनेक्शन। उन्होंने सिक्योर कनेक्शन होना चाहिए। हर बार सानू VPN यूज करना चाहिए जिसनों असीं आखदे हां वर्चुअल प्राइवेट नैटवर्क। उस तो बाद आगे साडे लई प्रॉमिसेस टू कस्टमर किहड़े-किहड़े हुंदे हन। कीपिंग प्रॉमिसेस टू कस्टमर इज ए बिजनेस necessity today in order to achieve customer loyalty। किसी भी कस्टमर ਦੀ loyalty ਲੈਣ ਦੇ ਲਈ ਸਾਨੂੰ ਆਪਣੇ promises ਦੇ ਉੱਪਰ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੰਨੀ ਦੇਰ ਤੱਕ ਅਸੀਂ ਆਪਣੇ ਪ੍ਰੋਮਿਸ ਕਰਨ ਤੋਂ ਬਾਅਦ ਉਹਨਾਂ ਦੇ ਉੱਪਰ ਨਹੀਂ ਰਹਿੰਦੇ ਤਾਂ ਸਾਡੇ ਲਈ ਮਾਰਕੀਟ ਦੇ ਵਿੱਚ ਸਟੇਬਲ ਰਹਿਣਾ ਬਹੁਤ ਮੁਸ਼ਕਿਲ ਬਣ ਜਾਂਦਾ ਹੈ। In today's competitive business scenario, the customer have a huge number of choices and they are unlikely to stay with a company that is unable to inspire their confidence and trust। ਕੋਈ ਵੀ ਕਸਟਮਰ ਇਦਾਂ ਦੀ ਕੰਪਨੀ ਨਾਲ ਨਹੀਂ ਰਹਿਣਾ ਚਾਹੇਗਾ ਜਿਨ੍ਹਾਂ ਦੇ ਲਈ ਪ੍ਰੋਮਿਸਸ ਦਾ ਕੋਈ ਮਤਲਬ ਨਹੀਂ ਹੈ, ਜਿਹੜੇ ਆਪਣੇ ਪ੍ਰੋਮਿਸਸ ਦੇ ਨਾਲ ਨਹੀਂ ਰਹਿੰਦੇ। ਅੱਜ ਦੀ ਡੇਟ ਦੇ ਵਿੱਚ ਕਸਟਮਰ ਮਾਰਕੀਟ ਦਾ ਰਾਜਾ ਹੈ, ਤਾਂ ਉਹ ਆਪਣੀ ਚੁਆਇਸ ਦੇ ਨਾਲ ਜਿਹੜੀ ਮਰਜ਼ੀ ਕੰਪਨੀ, ਜਿਹੜੀ ਮਰਜ਼ੀ ਰਿਟੇਲਰ ਸਟੋਰ ਤੋਂ ਆਪਣੀ ਵਸਤੂ ਪਰਚੇਸ ਕਰ ਸਕਦਾ ਹੈ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਇਹਨਾਂ ਦੀ ਟਾਈਪਸ ਕਿਹੜੀਆਂ ਹੁੰਦੀਆਂ ਨੇ ਪ੍ਰੋਮਿਸਸ ਦੀਆਂ। ਸਭ ਤੋਂ ਪਹਿਲੀ ਹੈ ਆਫਰ ਰਿਲੇਟਡ ਪ੍ਰੋਮਿਸਸ ਕਿਹੜੇ ਹੁੰਦੇ ਆ। Here a sales associate can promise different offers that are to be offered by the company to the customer। ਇੱਥੇ ਸੇਲਸ ਐਸੋਸੀਏਟ ਕਸਟਮਰ ਨੂੰ ਕੰਪਨੀ ਦੁਆਰਾ ਆਫਰ ਕੀਤੇ ਗਏ ਪ੍ਰੋਮਿਸਸ ਦੇ ਬਾਰੇ ਦੱਸਦਾ ਹੈ। ਕੰਪਨੀ ਨੇ ਕਿਹੜੇ ਪ੍ਰੋਮਿਸ ਕਸਟਮਰ ਦੇ ਲਈ ਰੱਖੇ ਹੋਏ ਹਨ ਤੇ ਉਹ ਉਹਨਾਂ ਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਹਨ। ਆਫਰ ਮੇ ਇਨਕਲੂਡ ਟ੍ਰੇਡ ਡਿਸਕਾਊਂਟ। ਆਫਰ ਕਿਹੜੇ ਹੋ ਸਕਦੇ ਹਨ? ਟ੍ਰੇਡ ਡਿਸਕਾਊਂਟ ਹੋ ਸਕਦਾ ਹੈ, ਕੈਸ਼ ਡਿਸਕਾਊਂਟ ਹੋ ਸਕਦਾ ਹੈ, ਫ੍ਰੀ ਸ਼ਿਪਿੰਗ ਹੋ ਸਕਦੀ ਹੈ, ਫ੍ਰੀ ਗਿਫਟ ਹੋ ਸਕਦੇ ਹੈ, ਵੀਕਲੀ ਡਿਸਕਾਊਂਟ ਹੋ ਸਕਦਾ ਹੈ, ਡਿਸਕਾਊਂਟ ਹੋ ਸਕਦਾ ਹੈ ਔਨ ਸਪੈਸ਼ਲ ਕੋਡਸ ਹੋ ਸਕਦਾ ਹੈ। ਜਿਵੇਂ ਤੁਸੀਂ ਦੇਖਿਆ ਨਾ ਬਾਈ 1 ਗੈਟ 1 ਫ੍ਰੀ ਦੀ ਆਫਰ ਲੱਗੀ ਹੁੰਦੀ ਹੈ, ਕਿਤੇ ਬਾਈ 2 ਗੈਟ 1 ਫ੍ਰੀ। ਇਸ ਤਰ੍ਹਾਂ ਜਿਹੜੇ ਆਫਰਸ ਹਨ ਉਹਨਾਂ ਦੇ ਬਾਰੇ ਕਸਟਮਰ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ। ਨੈਕਸਟ ਹੈ ਸਾਡੇ ਕੋਲ ਕੁਆਲਿਟੀ ਰਿਲੇਟਡ ਪ੍ਰੋਮਿਸਸ ਕਿਹੜੇ ਹੁੰਦੇ ਹਨ, ਉਹਦੇ ਬਾਰੇ ਜਾਣਦੇ ਹਾਂ। Here a sales associate can promise about the different qualities of a product such as appearance, reliability, etc। ਇੱਥੇ ਇੱਕ ਸੇਲਸ ਐਸੋਸੀਏਟ ਪ੍ਰੋਡਕਟ ਦੀ ਨੌਲੇਜ ਦੇ ਬਾਰੇ, ਪ੍ਰੋਡਕਟ ਦੇ ਬਾਰੇ ਦੱਸਦਾ ਹੈ। ਇਹ ਪ੍ਰੋਡਕਟ ਦੀ ਕੁਆਲਿਟੀ ਕੀ ਹੈ, ਇਹ ਕਿੰਨੀ ਦੇਰ ਅਪੀਅਰ ਰਹੇਗੀ, ਇਹਦੀ ਕਿੰਨੀ ਦੇਰ ਯੂਜ਼ ਹੋਏਗੀ, ਇਹਦੀ ਕਿੰਨੀ ਲਾਈਫ ਹੈ, ਇਹਦੇ ਬਾਰੇ ਇਹ ਸਾਰੀਆਂ ਚੀਜ਼ਾਂ ਕਸਟਮਰ ਨੂੰ ਦੱਸੀਆਂ ਜਾਂਦੀਆਂ ਹਨ ਇੱਕ ਸੇਲਸ ਐਸੋਸੀਏਟ ਦੇ ਦੁਆਰਾ। ਤੁਸੀਂ ਦੇਖਿਆ ਹੋਣਾ ਕਈ ਵਾਰ ਤੁਸੀਂ ਪ੍ਰੋਡਕਟ ਲੈਣ ਜਾਂਦੇ ਹੋ ਤਾਂ ਕਹਿੰਦੇ ਆ ਸਰ ਇਹਦੀ ਕੁਆਲਿਟੀ ਲੋ ਹੈ, ਇਹ ਕੁਆਲਿਟੀ ਜ਼ਿਆਦਾ ਚੱਲੇਗੀ ਨਹੀਂ, ਮੈਕਸਿਮਮ ਇਹ 1 ਮਹੀਨਾ ਜਾਂ 2 ਮਹੀਨੇ ਕੱਢੇਗੀ। ਪਰ ਕਈ ਵਾਰ ਪ੍ਰੋਡਕਟ ਇਦਾਂ ਦੇ ਹੁੰਦੇ ਹਨ ਕਹਿੰਦੇ ਸਰ ਇਹਦੀ ਪ੍ਰੋਡਕਟ ਕੁਆਲਿਟੀ ਬਹੁਤ ਵਧੀਆ ਹੈ, ਇਹਨੂੰ ਚਾਹੇ ਕੋਈ ਲਾਈਫ ਹੀ ਚਲਾਈ ਜਾਓ। ਤਾਂ ਉਹ ਕੁਆਲਿਟੀ ਦੇ ਬਾਰੇ ਗੱਲ ਕਰ ਰਹੇ ਹਨ। ਉਸ ਤੋਂ ਬਾਅਦ ਹੈ ਨੈਕਸਟ ਇਸ ਦੇ ਬਾਰੇ ਪ੍ਰੋਮਿਸ ਰਿਲੇਟਡ ਟੂ ਈਜ਼ੀ ਸ਼ਾਪਿੰਗ। ਜੋ ਸ਼ਾਪਿੰਗ ਕਰਦੇ ਆ ਉਹਦੇ ਰਿਲੇਟਡ ਈਜ਼ੀ ਪ੍ਰੋਮਿਸ ਕਿਹੜੇ ਹੁੰਦੇ ਹਨ। Customer should be promised an easy shopping experience in terms of flexibility, availability, transportation, durability, delivery, efficiency and reputability। ਇਹਦੇ ਵਿੱਚ ਕਸਟਮਰ ਨੂੰ ਪ੍ਰੋਮਿਸ ਕੀਤੇ ਜਾਂਦੇ ਆ ਸਰ ਅਸੀਂ ਤੁਹਾਨੂੰ ਈਜ਼ੀ ਸ਼ਾਪਿੰਗ ਦਾ ਐਕਸਪੀਰੀਅੰਸ ਦਵਾਂਗੇ, ਤੁਸੀਂ ਸਾਡੇ ਕੋਲ ਸ਼ਾਪਿੰਗ ਕਰੋ, ਅਸੀਂ ਤੁਹਾਨੂੰ ਜਲਦੀ ਪ੍ਰੋਡਕਟ ਪਰਚੇਸ ਕਰਾਵਾਂਗੇ, ਤੁਹਾਨੂੰ ਜਲਦੀ ਡਿਲੀਵਰ ਕਰਾਂਗੇ, ਇਹ ਜਲਦੀ ਤੁਹਾਡੇ ਲਈ ਅਵੇਲੇਬਲ ਹੋਏਗਾ। ਹਰ ਚੀਜ਼ਾਂ ਦੀ ਅਸੀਂ ਉਹਦੇ ਵਿੱਚ ਕਸਟਮਰ ਨੂੰ ਇੱਕ ਪ੍ਰੋਮਿਸ ਕਰਦੇ ਹਾਂ।
ਇਹ ਪ੍ਰੋਮਿਸ ਸਭ ਪੂਰੇ ਕਰਨੇ ਬਹੁਤ ਜ਼ਰੂਰੀ ਹਨ। ਜਿੰਨੀ ਦੇਰ ਤੱਕ ਅਸੀਂ ਆਪਣੇ ਪ੍ਰੋਮਿਸ ਪੂਰੇ ਨਹੀਂ ਕਰਾਂਗੇ ਉਨੀ ਦੇਰ ਤੱਕ ਕੋਈ ਵੀ ਕਸਟਮਰ ਸਾਡੇ ਨਾਲ ਰਿਲੇਸ਼ਨ ਨਹੀਂ ਬਣਾਏਗਾ, ਉਹ ਸਾਡਾ ਕੋਈ ਵਫਾਦਾਰ ਗਾਹਕ ਨਹੀਂ ਬਣ ਸਕਦਾ। ਉਸ ਤੋਂ ਬਾਅਦ ਹੈ ਸਾਡੇ ਕੋਲ ਪ੍ਰੋਮਿਸ ਰਿਲੇਟਡ ਟੂ ਕੰਪੀਟੈਂਟ ਸਰਵਿਸ। Lastly, promise related to after-sale service such as delivery of product, support by phone calls, follow-ups with the customer, and any technical support are made. Last promise है जो competent services है, after sale services जिसमें ਅਸੀਂ ਆਖ ਸਕਦੇ ਹਾਂ। ਇਹਦੇ ਵਿੱਚ delivery product ਦੀ ਆ ਜਾਂਦੀ ਹੈ, support by phone calls, follow-ups ਜਾਂ ਹੋਰ ਕੋਈ technical support ਦੇ ਬਾਰੇ ਅਸੀਂ ਕਸਟਮਰ ਨੂੰ ਦੱਸਦੇ ਹਾਂ, ਸਰ ਇਹ ਤੁਹਾਨੂੰ ਅਸੀਂ support ਦੇ ਸਕਦੇ ਹਾਂ। ਇਸ ਦੇ ਨਾਲ ਹੀ ਸਾਡਾ ਸੈਸ਼ਨ 4 ਯੂਨਿਟ 4 ਸਮਾਪਤ ਹੁੰਦਾ ਹੈ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।